ਕਾਟੋ ਕਲੇਸ਼ ਲਗਾਤਾਰ ਬਰਕਰਾਰ ਰਹਿੰਦਾ ਹੈ ਤੇ ਇਸੇ ਕਾਟੋ ਕਲੇਸ਼ ਦੇ ਵਿਚਾਲੇ ਭਾਰਤ ਜੋੜੋ ਯਾਤਰਾ ਦੇ ਤਹਿਤ ਪੰਜਾਬ ਦੇ ਲੀਡਰਾਂ ਨੂੰ ਜਾਂ ਫਿਰ ਕਹਿ ਲਈਏ ਕਿ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਦੌਰਾਨ ਕਾਂਗਰਸ ਟੁੱਟਦੀ ਹੋਈ ਨਜ਼ਰ ਆਉਂਦੀ ਹੈ। ਤੇ ਇਹ ਵੀ ਸੱਚ ਹੈ ਕਿ ਭਾਂਤ ਦੀ ਲੱਕੜ ਇਕੱਠੀਆਂ ਕਰਕੇ ਸਾਰੀਆਂ ਪਾਰਟੀਆਂ ਕਹੀ ਕੀ ਈਟ ਕਹੀ ਕਾ ਰੋੜਾ ਭਾਨੂਮਤੀ ਨੇ ਕੁਨਬਾ ਜੋੜਾ ਉਹ ਹਾਲ ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ। ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ ਜਿੱਥੇ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਵੱਡੇ ਆਗੂ ਮਨਪ੍ਰੀਤ ਬਾਦਲ ਕਾਂਗਰਸ ਦਾ ਹੱਥ ਛੱਡ ਦਿੰਦੇ ਨੇ ਤੇ ਕਮਲ ਦਾ ਫੁੱਲ ਫੜ ਲੈਂਦੇ ਨੇ। ਕਿਸੇ ਟਾਈਮ ਤੇ ਹੁੰਦਾ ਸੀ ਕਿਸੇ ਅਕਾਲੀ ਨੂੰ, ਮੈਨੂੰ ਯਾਦ ਹੈ ਕਿਸੇ ਅਕਾਲੀ ਨੂੰ ਕਹਿ ਦੇਣਾ ਕਿ ਤੂੰ ਕਾਂਗਰਸੀ ਹੈ ਜਾਂ ਕਾਂਗਰਸੀ ਏਜੰਟ ਹੈ, ਜਾਂ ਕਿਸੇ ਕਾਂਗਰਸੀ ਨੂੰ ਕਹਿ ਦੇਣਾ ਕਿ ਤੂੰ ਫਿਰਕਾ ਪ੍ਰਸਤ ਹੈ, ਉਹਨਾਂ ਨੂੰ ਗਾਲ ਬਰਾਬਰ ਲੱਗਦੀ ਸੀ। ਪਰ ਆਪਾਂ ਕਾਂਗਰਸ ਦੀ ਗੱਲ ਕਰੀਏ, ਬੜੀ ਹੀ ਹੈਰਾਨੀ ਵਾਲੀ ਗੱਲ ਹੈ ਬਈ ਇੱਕ ਵੀ ਬੰਦਾ ਅਜਿਹਾ ਸਾਹਮਣੇ ਨਹੀਂ ਆਇਆ ਜਾਂ ਅਜਿਹਾ ਨਾਮੀ ਚਿਹਰਾ ਕੋਈ ਵੀ ਇੱਕ ਵੀ ਬੰਦਾ ਸਾਹਮਣੇ ਨਹੀਂ ਆਇਆ, ਕੋਈ ਲੀਡਰ ਇਹ ਕਹਿੰਦਾ ਨਹੀਂ ਨਜ਼ਰ ਆਇਆ ਭਈ ਕਾਂਗਰਸ ਕਿਉਂ ਛੱਡ ਦਿੱਤੀ, ਨਹੀਂ ਛੱਡ ਕੇ ਜਾਣਾ ਚਾਹੀਦਾ ਸੀਗਾ। ਜਾਂ ਹੁਣ ਬਿਨਾਂ ਕਿਸੇ ਝਿਜਕ ਤੋਂ ਉਹ ਜਿਵੇਂ ਕਹਿੰਦੇ ਆ ਨਾ ਆਪਣੇ ਮੁਹੱਲੇ ਦੇ ਵਿੱਚ ਘਰਾਂ ਦੀ ਬਾਉਂਡਰੀ ਵਾਲਸ ਹੁੰਦੀਆਂ ਨੇ, ਉਹ ਬਾਉਂਡਰੀ ਵਾਲ ਦੇ ਨਾ ਹੋ ਵੀ ਅੱਜ ਇੱਕ ਘਰ 'ਚ ਵੜੇ ਕੱਲ ਕਿਸੇ ਘਰ 'ਚ ਵੜ ਗਏ ਤੀਸਰੇ ਦਿਨ। ਮਨਪ੍ਰੀਤ ਬਾਦਲ ਦੀ ਕਾਂਗਰਸ ਨੂੰ ਲੋੜ ਸੀ, ਕੋਈ ਵੀ ਅਜਿਹਾ ਨਹੀਂ ਆਇਆ। ਜੇ ਆਪਾਂ ਸ਼ੁਰੂਆਤ ਕਰ ਲਈਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਿ ਕਹਿੰਦੇ ਨਜ਼ਰ ਆਏ ਕਿ ਸ਼ੁਕਰ ਹੈ ਖਹਿੜਾ ਛੁੱਟਿਆ। ਹਾਂਜੀ ਬਿਲਕੁਲ ਮਮਤਾ, ਮੈਨੂੰ ਯਾਦ ਹੈ ਜਦੋਂ ਇਹਨਾਂ ਨੇ ਅਕਾਲੀ ਦਲ ਛੱਡਿਆ ਸੀ ਉਦੋਂ ਅਕਾਲੀ ਦਲ 'ਚ ਵੀ ਇਹੋ ਜਿਹੀ ਖੁਸ਼ੀ ਦੀ ਲਹਿਰ ਆਈ ਸੀ ਕਿ ਬਹੁਤ ਸਾਰੇ ਟਵੀਟ ਆਏ ਸੀ ਜਿਹਦੇ ਵਿੱਚ ਕਾਂਗਰਸੀ ਲੀਡਰਾਂ ਨੇ ਕਿਹਾ ਵੀ ਇਹ ਅਫਸੋਸ ਦੀ ਗੱਲ ਹੈ, ਔਰ ਇਹਦੇ ਵਿੱਚ ਦੇਖਣ ਵਾਲੀ ਗੱਲ ਸੀ ਕਿ ਜਿਹੜੇ ਅਫਸੋਸ ਮਨਾ ਕੇ ਬਾਅਦ 'ਚ ਉਹ ਆਪ ਬੀਜੇਪੀ 'ਚ ਜਾ ਵੜੇ। ਪਾਸੇ ਜਿੱਥੇ ਰਾਹੁਲ ਗਾਂਧੀ ਪੰਜਾਬ ਆਉਂਦੇ ਨੇ ਭਾਰਤ ਜੋੜੋ ਯਾਤਰਾ ਦੇ ਤਹਿਤ, ਜਿੱਥੇ ਪੂਰਾ ਭਾਰਤ ਜੋੜਨ ਦੀ ਗੱਲਾਂ ਕਰਦੇ ਨੇ ਤੇ ਖਾਸ ਤੌਰ ਦੇ ਉੱਤੇ ਜਦੋਂ ਪੰਜਾਬ ਦੇ ਵਿੱਚ ਐਂਟਰੀ ਆਉਂਦੀ ਹੈ ਤਾਂ ਪੰਜਾਬ ਦੇ ਵਿੱਚ ਐਂਟਰੀ ਦੇ ਦੌਰਾਨ ਜਿਵੇਂ ਕਿ ਸਭ ਨੂੰ ਪਤਾ ਹੈ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਲਗਾਤਾਰ ਬਰਕਰਾਰ ਰਹਿੰਦਾ ਹੈ ਤੇ ਇਸੇ ਕਾਟੋ ਕਲੇਸ਼ ਦੇ ਵਿਚਾਲੇ ਭਾਰਤ ਜੋੜੋ ਯਾਤਰਾ ਦੇ ਤਹਿਤ ਪੰਜਾਬ ਦੇ ਲੀਡਰਾਂ ਨੂੰ ਜਾਂ ਫਿਰ ਕਹਿ ਲਈਏ ਕਿ ਪੰਜਾਬ ਦੇ ਕਾਂਗਰਸੀ ਲੀਡਰਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਦੌਰਾਨ ਕਾਂਗਰਸ ਟੁੱਟਦੀ ਹੋਈ ਨਜ਼ਰ ਆਉਂਦੀ ਹੈ ਤੇ ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਦਾ ਹੈ। ਜੀ ਹਾਂ, ਸਤਿ ਸ਼੍ਰੀ ਅਕਾਲ, ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮੈਂ ਮਮਤਾ ਤੁਹਾਡੇ ਨਾਲ। ਕਾਂਗਰਸ ਨੂੰ ਇੱਕ ਵੱਡਾ ਝਟਕਾ ਲੱਗਾ ਜਿੱਥੇ ਕਿ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਕਾਂਗਰਸ ਦੇ ਵੱਡੇ ਆਗੂ ਮਨਪ੍ਰੀਤ ਬਾਦਲ ਕਾਂਗਰਸ ਦਾ ਹੱਥ ਛੱਡ ਦਿੰਦੇ ਨੇ ਤੇ ਕਮਲ ਦਾ ਫੁੱਲ ਫੜ ਲੈਂਦੇ ਨੇ। ਤਾਂ ਇਸ ਬਾਬਤ ਕੀ ਕੁਝ ਇਸ ਦਾ ਸਿਆਸੀ ਪ੍ਰਤੀਕਰਮ ਰਿਹਾ ਤੇ ਇਸ ਦਾ ਕੀ ਕੁਝ ਆਉਣ ਵਾਲੇ ਸਮੇਂ ਦੇ ਵਿੱਚ ਸਿਆਸਤ ਦੇ ਵਿੱਚ ਅਸਰ ਪਵੇਗਾ, ਜ਼ਿਆਦਾ ਗੱਲਬਾਤ ਦੇ ਲਈ ਸਾਡੇ ਨਾਲ ਸਟੂਡੀਓ ਦੇ ਵਿੱਚ ਮੌਜੂਦ ਨੇ ਸਾਡੇ ਐਡੀਟਰ ਸਰਬਜੀਤ ਪੰਦੇਰ। ਸਰਬਜੀਤ ਪੰਦੇਰ ਜੀ, ਕਿਵੇਂ ਦੇਖ ਸਕਦੇ ਹਾਂ ਕਾਂਗਰਸ ਦੇ ਵਿੱਚ ਇੱਕ ਵੱਡਾ ਲੀਡਰ ਦਾ ਜਾਣਾ, ਹਾਲਾਂਕਿ ਲਗਾਤਾਰ ਵੱਡੇ ਲੀਡਰਾਂ ਦਾ ਜਾਣਾ ਜਾਰੀ ਹੈ। ਮਮਤਾ, ਤੁਸੀਂ ਪਹਿਲੀ ਗੱਲ ਬਹੁਤ ਵਧੀਆ ਗੱਲ ਕੀਤੀ ਆਪਣੀ ਇੰਟਰੋਡਕਸ਼ਨ ਦੇ ਵਿੱਚ ਕਿ ਰਾਹੁਲ ਗਾਂਧੀ ਵੱਲੋਂ ਆਪਣੀ ਪਾਰਟੀ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਇਹ ਵੀ ਸੱਚ ਹੈ ਕਿ ਭਾਂਤ ਦੀ ਲੱਕੜ ਇਕੱਠੀਆਂ ਕਰਕੇ ਸਾਰੀਆਂ ਪਾਰਟੀਆਂ ਕਹੀ ਕੀ ਈਟ ਕਹੀ ਕਾ ਰੋੜਾ ਭਾਨੂਮਤੀ ਨੇ ਕੁਨਬਾ ਜੋੜਾ ਉਹ ਹਾਲ ਹੁਣ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ। ਜੀ ਜੀ। ਔਰ ਕਿਸੇ ਟਾਈਮ ਤੇ ਹੁੰਦਾ ਸੀ ਕਿਸੇ ਅਕਾਲੀ ਨੂੰ, ਮੈਨੂੰ ਯਾਦ ਹੈ ਕਿਸੇ ਅਕਾਲੀ ਨੂੰ ਕਹਿ ਦੇਣਾ ਕਿ ਤੂੰ ਕਾਂਗਰਸੀ ਹੈ ਜਾਂ ਕਾਂਗਰਸੀ ਏਜੰਟ ਹੈ, ਜਾਂ ਕਿਸੇ ਕਾਂਗਰਸੀ ਨੂੰ ਕਹਿ ਦੇਣਾ ਕਿ ਤੂੰ ਫਿਰਕਾ ਪ੍ਰਸਤ ਹੈ, ਉਹਨਾਂ ਨੂੰ ਗਾਲ ਬਰਾਬਰ ਲੱਗਦੀ ਸੀ। ਜੀ। ਹੁਣ ਬਿਨਾਂ ਕਿਸੇ ਝਿਜਕ ਤੋਂ ਉਹ ਜਿਵੇਂ ਕਹਿੰਦੇ ਆ ਨਾ ਆਪਣੇ ਮੁਹੱਲੇ ਦੇ ਵਿੱਚ ਘਰਾਂ ਦੀ ਬਾਉਂਡਰੀ ਵਾਲਸ ਹੁੰਦੀਆਂ ਨੇ, ਜੀ ਜੀ, ਉਹ ਬਾਉਂਡਰੀ ਵਾਲ ਦੇ ਨਾ ਹੋ ਵੀ ਅੱਜ ਇੱਕ ਘਰ 'ਚ ਵੜੇ ਕੱਲ ਕਿਸੇ ਘਰ 'ਚ ਵੜ ਗਏ ਤੀਸਰੇ ਦਿਨ, ਔਰ ਕਿਸੇ ਨੂੰ ਕੋਈ ਹੈ ਵੀ ਨਹੀਂ, ਕਿਸੇ ਨੂੰ ਝਿਜਕ ਵੀ ਨਹੀਂ ਹੈ, ਉਹ ਮਹਿਸੂਸ ਵੀ ਨਹੀਂ ਕਰਦੇ। ਸੋ ਕਾਂਗਰਸ ਨੂੰ ਕਿੰਨਾ ਕੁ ਵੱਡਾ ਝਟਕਾ ਲੱਗਿਆ ਇਹ ਵੀ ਦੇਖਣ ਵਾਲਾ ਹੋਊਗਾ। ਕਾਂਗਰਸ ਨੂੰ ਇਸ ਦੇ ਉੱਤੇ ਮੰਥਨ ਵੀ ਕਰਨਾ ਚਾਹੀਦਾ ਕਿ ਅਕਾਲੀ ਦਲ ਨੇ ਜਿਹਨੂੰ ਰਿਜੈਕਟ ਕੀਤਾ ਸੀ ਉਹਨੂੰ ਤੁਸੀਂ ਆਪਣੇ ਪਾਰਟੀ 'ਚ ਵਾੜ ਕੇ ਉਹਦਾ ਫਾਇਦਾ ਵੀ ਕਿੰਨਾ ਕੁ ਹੋਇਆ, ਉਸ ਸੀਟ ਦੇ ਉੱਤੇ ਕਿੰਨਾ ਕੁ ਫਾਇਦਾ ਹੋਇਆ, ਜਾਂ ਇਸੇ ਤਰ੍ਹਾਂ ਬੀਜੇਪੀ ਨੂੰ ਸਿੱਖ ਲੈਣਾ ਚਾਹੀਦਾ ਕਿ ਇਸ ਤਰ੍ਹਾਂ ਜਿਹੜੇ ਲੀਡਰਸ ਨੇ, ਯਾਦ ਸਾਨੂੰ ਜਿਹੜੀਆਂ ਹੁਣ ਦੀਆਂ ਅਸੈਂਬਲੀ ਇਲੈਕਸ਼ਨਸ ਨੇ ਉਹਨਾਂ ਦੇ ਰਿਜ਼ਲਟ ਕੋਈ ਕਿਸੇ ਨੂੰ ਭੁੱਲਿਆ ਨਹੀਂ ਹੋਇਆ ਜੀ। ਬੜੀ ਮੁਸ਼ਕਿਲ ਦੇ ਨਾਲ ਮਨਪ੍ਰੀਤ ਬਾਦਲ ਆਪਣੀ ਜਿਹੜੀ ਹੈ ਜ਼ਮਾਨਤ ਬਚਾ ਕੇ ਉੱਥੇ ਸੀਗੇ ਕਿਉਂਕਿ ਇਹਨਾਂ ਵਰਗੇ ਬਹੁਤ ਸਾਰੇ ਲੀਡਰ ਹਾਰੇ ਵੀ ਸੀ। ਔਰ ਦੂਸਰੀ ਗੱਲ, ਮੈਨੂੰ ਕਈ ਲੋਕੀ ਕਹਿੰਦੇ ਜੀ ਕਿ ਬੀਜੇਪੀ ਨੂੰ ਸ਼ਾਇਦ ਫਾਇਦਾ ਹੋਊਗਾ ਕਿ ਬਾਦਲ ਪਰਿਵਾਰ ਦਾ ਕੋਈ ਜਿਹੜਾ ਹੈਗਾ ਮੈਂਬਰ ਉਹਨਾਂ ਨੂੰ ਜੁਆਇਨ ਕਰ ਗਿਆ। ਬਾਦਲ ਪਰਿਵਾਰ ਇਸ ਵੇਲੇ ਬਹੁਤ ਡਿਫੈਂਸਿਵ ਤੇ ਹੈ, ਲੋਕੀ ਬਾਦਲ ਪਰਿਵਾਰ ਦਾ ਨਾਂ ਲੈ ਕੇ ਰਾਜੀ ਨਹੀਂ ਹੈ। ਸੋ ਬੀਜੇਪੀ ਨੂੰ ਇਸ ਦਾ ਕੀ ਫਾਇਦਾ ਹੋਣ ਵਾਲਾ, ਬੜੀ ਹੈਰਾਨੀ ਦੀ ਗੱਲ ਹੈ।
ਪਰ ਇਹਦੇ ਫੈਕਟਰ ਜਿਹੜੇ ਹੈਗੇ, ਜਿਹੜੀ ਇਹਦੇ ਮਗਰ ਦੀ ਗੱਲ ਆ, ਉਹਦੇ ਵਿੱਚ ਕਈ ਜਿਹਨੂੰ ਕਹਿੰਦੇ ਪੇਚ ਨੇ, ਉਹ ਸਮਝਣ ਦੀ ਲੋੜ ਆ। ਉਹਨਾਂ ਦਾ ਜਿਹੜਾ ਹੈਗਾ ਵਿਸ਼ਲੇਸ਼ਣ ਕਰਨਾ ਬਹੁਤ ਜ਼ਰੂਰੀ ਆ। ਇਹ ਇਕੱਲੀ ਇੱਕ ਗੱਲ ਇਹ ਨਹੀਂ ਹੈ ਕਿ ਇੱਕ ਵਿਅਕਤੀ ਨੇ ਜਿਹਨੇ ਆਪਣਾ ਸਿਆਸੀ ਜੀਵਨ ਅਕਾਲੀ ਦਲ ਤੋਂ ਸ਼ੁਰੂ ਕੀਤਾ, ਫਿਰ ਆਪਣੀ ਪਾਰਟੀ ਬਣਾਈ, ਪੰਜਾਬ ਪੀਪਲਜ਼ ਪਾਰਟੀ ਬਣਾਈ, ਔਰ ਉਸ ਪੰਜਾਬ ਪੀਪਲਜ਼ ਪਾਰਟੀ ਨੇ ਜਿਹਨੇ ਬਣਾਈ ਮਨਪ੍ਰੀਤ ਬਾਦਲ ਨੇ ਜੀ, ਉਹਨਾਂ ਨੂੰ ਤਾਂ ਜਗ੍ਹਾ ਸ਼ਾਇਦ ਲੱਭ ਨਹੀਂ ਰਹੀ, ਔਰ ਜਿਸ ਭਗਵੰਤ ਮਾਨ ਨੇ ਉਸ ਨੂੰ ਸਪੋਰਟ ਕੀਤਾ ਸੀ ਉਹ ਚੀਫ ਮਿਨਿਸਟਰ ਵੀ ਬਣ ਗਏ। ਹੁਣ ਇਹ ਵੀ ਸੋਚਣ ਵਾਲੀ ਗੱਲ ਆ ਵੀ ਕਿਸ ਤਰ੍ਹਾਂ ਹੁੰਦਾ, ਇਹ ਸਾਰੇ ਦਾ ਸਾਰਾ ਵਿਸ਼ਲੇਸ਼ਣ ਕਰਨ ਦੀ ਲੋੜ ਆ। ਫਿਰ ਤੁਸੀਂ ਮਨਪ੍ਰੀਤ ਬਾਦਲ ਛੱਡ ਕੇ ਚਲੇ ਗਏ, ਕਾਂਗਰਸ ਚਲੇ ਗਏ, ਹੁਣ ਕਾਂਗਰਸ 'ਚ ਵੀ ਨਹੀਂ ਜੀ ਲੱਗਿਆ, ਬੀਜੇਪੀ ਚਲੇ ਗਏ, ਅਗਲਾ ਪੜਾਅ ਕਿੱਥੇ ਹੋਏਗਾ? ਹੋਰ ਰਹਿ ਕਿੰਨੀਆਂ ਗਈਆਂ ਆਪਸ਼ਨਸ ਉਹਨਾਂ ਦੇ ਕੋਲ? ਕੀ ਵਾਪਸ ਫਿਰ ਅਕਾਲੀ ਦਲ 'ਚ ਜਾਣਗੇ? ਹੁਣ ਪਹਿਲਾਂ ਤਾਂ ਅਕਾਲੀ ਦਲ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਦੀ ਛਤਰ ਛਾਇਆ ਸੀ ਜੀ, ਹੁਣ ਲੀਡਰਸ਼ਿਪ ਸੁਖਬੀਰ ਬਾਦਲ ਕੋਲ ਹੈ, ਜਿਨ੍ਹਾਂ ਦੇ ਨਾਲ ਉਹਨਾਂ ਦਾ ਕੰਪੀਟੀਸ਼ਨ ਹੈ, ਕੀ ਉੱਥੇ ਜਗ੍ਹਾ ਮਿਲੂਗੀ? ਸੋ ਕਾਫੀ ਇਹਦੇ 'ਚ ਹੈਗੇ, ਪਰ ਆਪਾਂ ਹੁਣ ਇਹਦੇ ਜਿਹੜੇ ਹੈਗੇ ਵਿਸ਼ਲੇਸ਼ਣ ਕਰਦੇ ਵੀ ਇਹਦੇ ਫਾਈਨਲ ਪੁਆਇੰਟਸ ਕੀ। ਆਪਾਂ ਜੇ ਆਪਾਂ ਸਟਾਰਟਿੰਗ ਦੇ ਵਿੱਚ ਗੱਲ ਕਰ ਲਈ ਬੰਦੇ ਸਾਹਿਬ, ਜਦੋਂ ਵੀ ਕੋਈ ਵੀ ਕਿਸੇ ਨੂੰ ਆਪਣਾ ਛੱਡ ਕੇ ਜਾਂਦਾ, ਕਿਉਂਕਿ ਪਾਰਟੀ ਹੋਵੇ, ਕੋਈ ਆਫਿਸ ਹੋਵੇ, ਕੋਈ ਅਦਾਰਾ ਹੋਵੇ ਜਾਂ ਪਰਿਵਾਰ ਹੋਵੇ, ਤਾਂ ਸਭ ਇੱਕੋ ਤਰ੍ਹਾਂ ਦੇ ਹੀ ਵੈਸੇ ਮੰਨੇ ਜਾਂਦੇ ਨੇ। ਜਦੋਂ ਕੋਈ ਵੀ ਆਪਣੀ ਪਾਰਟੀ ਛੱਡ ਕੇ ਜਾਂਦਾ ਤਾਂ ਕਿਤੇ ਨਾ ਕਿਤੇ ਉਸ ਨੂੰ ਲੈ ਕੇ ਇੱਕ ਦੁੱਖ ਦੀ ਗੱਲ ਜ਼ਰੂਰ ਹੁੰਦੀ ਹੈ ਵੀ ਕੋਈ ਸਾਡਾ ਮੈਂਬਰ ਜਿਹੜਾ ਛੱਡ ਗਿਆ। ਪਰ ਆਪਾਂ ਕਾਂਗਰਸ ਦੀ ਗੱਲ ਕਰੀਏ, ਬੜੀ ਹੀ ਹੈਰਾਨੀ ਵਾਲੀ ਗੱਲ ਹੈ ਬਈ ਇੱਕ ਵੀ ਬੰਦਾ ਅਜਿਹਾ ਸਾਹਮਣੇ ਨਹੀਂ ਆਇਆ, ਜਾਂ ਅਜਿਹਾ ਨਾਮੀ ਚਿਹਰਾ ਕੋਈ ਵੀ ਇੱਕ ਵੀ ਬੰਦਾ ਸਾਹਮਣੇ ਨਹੀਂ ਆਇਆ, ਕੋਈ ਲੀਡਰ ਇਹ ਕਹਿੰਦਾ ਨਹੀਂ ਨਜ਼ਰ ਆਇਆ ਭਈ ਕਾਂਗਰਸ ਕਿਉਂ ਛੱਡ ਦਿੱਤੀ, ਨਹੀਂ ਛੱਡ ਕੇ ਜਾਣਾ ਚਾਹੀਦਾ ਸੀਗਾ, ਜਾਂ ਮਨਪ੍ਰੀਤ ਬਾਦਲ ਦੀ ਕਾਂਗਰਸ ਨੂੰ ਲੋੜ ਸੀ, ਕੁਛ ਵੀ ਅਜਿਹਾ ਨਹੀਂ ਆਇਆ। ਅੱਜ ਆਪਾਂ ਸ਼ੁਰੂਆਤ ਕਰ ਲਈਏ ਤਾਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਿ ਕਹਿੰਦੇ ਨਜ਼ਰ ਆਏ ਕਿ ਸ਼ੁਕਰ ਹੈ ਖਹਿੜਾ ਛੁੱਟਿਆ। ਮਤਲਬ ਸ਼ਬਦ ਵੀ ਜਿਹੜੇ ਨਾ ਉਹ ਵੀ ਬੜੇ ਅਜੀਬ ਜਿਹੜੇ ਵਰਤੇ ਗਏ ਨੇ। ਇਸ ਦੇ ਨਾਲ ਸੁਖਜਿੰਦਰ ਰੰਧਾਵਾ ਕਹਿੰਦੇ ਨੇ ਚੰਗਾ ਹੋਇਆ, ਮੈਂ ਤਾਂ ਉਹਦਾ ਧੰਨਵਾਦ ਕਰਦਾ ਜਿਹੜਾ ਟਾਈਮ ਸਿਰ ਚਲਾ ਗਿਆ। ਟਾਈਮ ਸਿਰ ਜਾਣ ਵਾਲੀ ਗੱਲ ਪ੍ਰਤਾਪ ਬਾਜਵਾ ਵੀ ਕਹਿੰਦੇ ਨੇ, ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਕਹਿੰਦੇ ਨੇ ਵੀ ਟਾਈਮ ਸਿਰ ਨਿਕਲ ਗਏ ਤਾਂ ਚੰਗਾ ਹੋਇਆ। ਯਾਨੀ ਸ਼ੁਕਰ ਮਨਾਉਂਦੇ ਹੋਏ ਨਜ਼ਰ ਆਉਂਦੇ ਨੇ ਕਿ ਚੰਗਾ ਹੋਇਆ ਮਨਪ੍ਰੀਤ ਬਾਦਲ ਕਾਂਗਰਸ ਦਾ ਹੱਥ ਛੱਡ ਕੇ ਕਮਲ ਦਾ ਫੁੱਲ ਉਹਨਾਂ ਨੇ ਫੜ ਲਿਆ। ਤਾਂ ਇਸ ਨੂੰ ਕਿਸ ਤਰੀਕੇ ਨਾਲ ਦੇਖਦੇ? ਹਾਂਜੀ ਬਿਲਕੁਲ ਮਮਤਾ, ਮੈਨੂੰ ਯਾਦ ਹੈ ਜਦੋਂ ਇਹਨਾਂ ਨੇ ਅਕਾਲੀ ਦਲ ਛੱਡਿਆ ਸੀ, ਉਦੋਂ ਅਕਾਲੀ ਦਲ 'ਚ ਵੀ ਇਹੋ ਜਿਹੀ ਖੁਸ਼ੀ ਦੀ ਲਹਿਰ ਆਈ ਸੀ। ਤੁਸੀਂ ਇਹ ਵੀ ਗੱਲ ਮੈਨੂੰ ਯਾਦ ਹੈ ਕਿ ਜਦੋਂ ਸੁਨੀਲ ਜਾਖੜ ਨੇ ਕਾਂਗਰਸ ਛੱਡੀ, ਬਿਲਕੁਲ ਤੁਹਾਡਾ ਪੁਆਇੰਟ ਵਾਜਬ ਹੈ ਕਿ ਬਹੁਤ ਸਾਰੇ ਟਵੀਟ ਆਏ ਸੀ ਜਿਹਦੇ ਵਿੱਚ ਕਾਂਗਰਸੀ ਲੀਡਰਾਂ ਨੇ ਕਿਹਾ ਵੀ ਇਹ ਅਫਸੋਸ ਦੀ ਗੱਲ ਹੈ, ਔਰ ਇਹਦੇ ਵਿੱਚ ਦੇਖਣ ਵਾਲੀ ਗੱਲ ਸੀ ਕਿ ਜਿਹੜੇ ਅਫਸੋਸ ਮਨਾ ਕੇ ਬਾਅਦ 'ਚ ਉਹ ਆਪ ਬੀਜੇਪੀ 'ਚ ਜਾ ਵੜੇ। ਸੋ ਹੁਣ ਇਹ ਆਪਾਂ ਕਿਉਂ ਹੋ ਰਿਹਾ, ਇਹ ਟ੍ਰੈਂਡ ਕਿਉਂ ਆ? ਇਹ ਬੜੀ ਜਿਹੜੀ ਇੱਕ ਤੁਸੀਂ ਕਹਿ ਸਕਦੇ ਹੋ ਦੇਖਣ ਨੂੰ ਤਾਂ ਇੱਕ ਮੌਕਾ ਪ੍ਰਸਤੀ ਲੱਗਦੀ ਹੈ ਵੀ ਇਹ ਲੀਡਰ ਚੇਂਜ ਕਿਉਂ ਹੋ ਰਿਹਾ। ਮਮਤਾ, ਜੇ ਧਿਆਨ ਨਾਲ ਦੇਖਿਆ ਜਾਵੇ, ਲੀਡਰ ਚੇਂਜ ਨਹੀਂ ਹੋ ਰਹੇ, ਪਾਰਟੀਆਂ ਚੇਂਜ ਹੋ ਰਹੀਆਂ ਜੀ। ਬਹੁਤ ਇੱਕ ਖਾਸ ਤੇ ਵਧੀਆ ਗੱਲ ਆਖੀ ਹੈ ਤੁਸੀਂ ਬਈ, ਲੀਡਰ ਤਾਂ ਸੇਮ ਨੇ ਪਰ ਪਾਰਟੀਆਂ ਹੀ ਸਿਰਫ ਚੇਂਜ ਹੁੰਦੀਆਂ ਨਜ਼ਰ ਆ ਰਹੀਆਂ ਨੇ। ਬਿਲਕੁਲ ਕਿਸੇ ਟਾਈਮ ਦੇ ਉੱਤੇ ਜਿਹੜੇ ਜਿਸ ਨੂੰ ਆਪਾਂ ਸਿਆਸੀ ਸਿਧਾਂਤ ਕਹਿੰਦੇ ਸੀ, ਪਾਰਟੀਆਂ ਆਪਣਾ ਕੰਮ ਕਰਦੇ ਸੀ, ਸਿਧਾਂਤਿਕ ਉਹਨਾਂ ਦਾ ਸੂਤਰ ਦੇ ਵਿੱਚ ਪਰੋਏ, ਉਹਨਾਂ ਦੇ ਜਿਹੜੇ ਨੇਤਾ ਔਰ ਵਰਕਰ ਹੁੰਦੇ ਸੀ ਉਸ ਸਿਧਾਂਤਿਕ ਸੂਤਰ ਦੇ ਵਿੱਚ ਪਰੋਏ ਹੁੰਦੇ ਸੀ, ਉਹਦੇ ਵਿੱਚ ਹੀ ਉਸੇ ਡਿਸਪਲਿਨ 'ਚ ਦਾਇਰੇ ਦੇ ਵਿੱਚ ਹੀ ਕੰਮ ਕਰਦੇ ਸੀ। ਔਰ ਬਹੁਤ ਲੈਵਲ ਦੇ ਉੱਤੇ ਬੇਸ਼ੱਕ ਦੇਖਣ ਨੂੰ ਨਾ ਹੋਵੇ, ਜਿਹੜੀਆਂ ਮੈਂ ਆਪਣੇ ਸੀਨੀਅਰਸ ਤੋਂ ਵੀ ਗੱਲਾਂ ਸੁਣੀਆਂ, ਇੱਕ ਪਾਰਟੀ ਦੇ ਅੰਦਰ ਡੈਮੋਕ੍ਰੈਟਿਕ ਸੈਟਅਪ ਵੀ ਹੁੰਦਾ ਸੀ। ਇੱਥੇ ਤੱਕ ਕਿ ਕਾਂਗਰਸ ਦੇ ਵਿੱਚ ਜਵਾਹਰ ਲਾਲ ਨਹਿਰੂ ਨੂੰ, ਮਹਾਤਮਾ ਗਾਂਧੀ ਨੂੰ ਵੀ ਕੁਐਸਚਨ ਕੀਤਾ ਜਾਂਦਾ ਸੀ, ਅਲੱਗ-ਅਲੱਗ ਗੱਲਾਂ ਹੁੰਦੀਆਂ ਸੀ ਪਰ ਰਹਿੰਦੇ ਇਕੱਠੇ ਸੀ। ਪਰ ਹੁਣ ਬਦਲ ਗਿਆ। ਹੁਣ ਜਿਹੜੀ ਹੈਗੀਆਂ ਉੱਪਰ ਬੜੀਆਂ ਆਟੋਕ੍ਰੈਟਿਕ ਸਿਸਟਮਸ ਨੇ, ਔਰ ਜਿੱਥੇ ਜਿਹੜੀ ਹਾਈ ਕਮਾਂਡ, ਹੁਣ ਇੱਕ ਤਾਂ ਜਿਹੜਾ ਸਿਸਟਮ ਆ ਗਿਆ ਇਹ ਹਾਈ ਕਮਾਂਡ, ਹਰ ਇੱਕ ਪਾਰਟੀ ਦੀ ਹਾਈ ਕਮਾਂਡ ਹੈ, ਔਰ ਉਹੀ ਹੀ ਉਹਦਾ ਜਿਹੜਾ ਹੁਕਮ ਹੈ ਉਹੀ ਤੁਹਾਨੂੰ ਵਜਾਉਣਾ ਪੈਂਦਾ। ਹੁਣ ਜਿਹੜੀ ਦੂਸਰੀ ਗੱਲ ਜਿਹੜੀ ਮੈਂ ਇੰਪੋਰਟੈਂਟ ਗੱਲ ਕਰਨੀ ਚਾਹੁੰਦਾ ਉਹ ਇਹ ਆ ਕਿ ਜਦੋਂ ਦਾ ਕੌਮਾਂਤਰੀ ਲੈਵਲ ਦੇ ਉੱਤੇ ਗਲੋਬਲਾਈਜੇਸ਼ਨ ਦਾ ਮਾਹੌਲ ਆਇਆ, ਜਿਹਦੇ ਵਿੱਚ ਮੰਡੀ ਦੀਆਂ ਤਾਕਤਾਂ ਨੇ, ਮਾਰਕੀਟ ਫੋਰਸਿਸ ਜਿਨ੍ਹਾਂ ਨੂੰ ਕਹਿੰਦੇ ਆ, ਉਹਨਾਂ ਦਾ ਬੋਲਬਾਲਾ ਹੋਇਆ, ਉਸ ਮਾਹੌਲ ਦੇ ਵਿੱਚ ਜਿਹੜਾ ਸਿਆਸੀ ਸਿਧਾਂਤ ਆ ਉਹਨੂੰ ਬਹੁਤ ਵੱਡਾ ਖੋਰਾ ਲੱਗਿਆ। ਤੇ ਇਹ ਦੇਖਣ ਨੂੰ ਤੁਸੀਂ ਲੱਗਦਾ ਕਿ ਜਿਹੜੇ ਡਿਫਰੈਂਸਿਸ ਸੀ ਆਪਸ, ਜਿਹੜੇ ਵਖਰੇਵਾਂ ਸੀ ਪੋਲੀਟੀਕਲ ਪਾਰਟੀਆਂ, ਉਹ ਆਲਮੋਸਟ ਖਤਮ ਹੋ ਗਿਆ। ਸੋ ਜਿਹੜੇ ਲੀਡਰਸ ਨੇ, ਹੁਣ ਜੇ ਆਪਾਂ ਕਹਿੰਦੇ, ਮੈਂ ਮਨਪ੍ਰੀਤ ਬਾਦਲ ਦੀ ਉਹ ਗੱਲ ਕਰਦਾ, ਮਨਪ੍ਰੀਤ ਬਾਦਲ ਇੱਕ ਫ੍ਰੀ ਇਕੋਨਮੀ ਜਿਸ ਦੇ ਖਿਲਾਫ ਸਾਡੇ ਕਿਸਾਨਾਂ ਨੇ ਦਿੱਲੀ ਦੀਆਂ ਬਰੂਹਾਂ ਦੇ ਉੱਤੇ 1 ਸਾਲ ਤੋਂ ਵੱਧ ਉਹਨਾਂ ਪਾਲਿਸੀਜ਼ ਦੇ ਖਿਲਾਫ ਅੰਦੋਲਨ ਕੀਤਾ। ਬੇਸ਼ੱਕ ਦੇਖਣ ਨੂੰ ਮੋਦੀ ਦੇ ਖਿਲਾਫ ਲੱਗਦਾ ਹੋਵੇ, ਪਰ ਉਹ ਉਹਨਾਂ ਪਾਲਿਸੀਜ਼ ਦੇ ਖਿਲਾਫ, ਮਨਪ੍ਰੀਤ ਬਾਦਲ ਹਮੇਸ਼ਾ ਉਹਨਾਂ ਪਾਲਿਸੀਜ਼ ਦੀ ਪ੍ਰੋੜਤਾ ਕਰਦੇ ਰਹੇ।
ਹੁਣ ਇਹ ਪਾਲਿਸੀਜ਼ ਲੈ ਕੇ ਕੌਣ ਆਇਆ ਸੀ? ਇਹ ਪਾਲਿਸੀਜ਼ ਹਿੰਦੁਸਤਾਨ ਦੇ ਵਿੱਚ ਜਾਂ ਭਾਰਤ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਲੈ ਕੇ ਆਏ ਸੀ। ਹੁਣ ਇਸ ਵੇਲੇ ਜਿਹੜੀ ਹੈਗੀ ਆ ਕਾਂਗਰਸ ਉਹਨਾਂ ਪਾਲਿਸੀਜ਼ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ, ਔਰ ਉਹ ਪਾਲਿਸੀਜ਼ ਸਾਂਭੀਆਂ ਕੀ ਨੇ? ਉਸ ਪਾਲਿਸੀਜ਼ ਨੂੰ ਹੋਰ ਜਿਸ ਨੂੰ ਕਹਿੰਦੇ ਸ਼ਿੱਦਤ ਦੇ ਨਾਲ ਇੰਪਲੀਮੈਂਟ ਕਰਨ ਵਾਲਾ ਕੌਣ ਆ? ਬੀਜੇਪੀ ਹੈ। ਸੋ ਮਨਪ੍ਰੀਤ ਬਾਦਲ ਵਾਸਤੇ ਜਿਹੜੀ ਅਪਰੋਪਰੀਏਟ ਜਗ੍ਹਾ ਵਾ, ਕਿਉਂਕਿ ਉਹ ਉਹਨਾਂ ਪਾਲਿਸੀਜ਼ ਦੀ ਪ੍ਰੋੜਤਾ ਕਰਦੇ ਆ, ਉਹ ਬੀਜੇਪੀ ਹੀ ਬਣਦੀ ਹੈ। ਸੋ ਇਸ ਵੇਲੇ ਜਿਹੜੀ ਭਾਰਤ ਜੋੜੋ ਦੀ ਗੱਲ ਤੁਸੀਂ ਗੱਲ ਕਰਦੇ ਹੋ, ਰਾਹੁਲ ਗਾਂਧੀ ਕਿਹੜੀਆਂ ਗੱਲਾਂ ਕਰ ਰਹੇ? ਉਹ ਜਿਹੜੀ ਕਿਸੇ ਟਾਈਮ ਦੇ ਉੱਤੇ ਤੁਹਾਨੂੰ ਝਲਕ, ਬੇਸ਼ੱਕ ਮੈਂ ਕਹਿੰਦਾ ਵੀ ਉਹ ਸਾਰੀਆਂ ਤਾਂ ਨਹੀਂ ਹੈ, ਕਦੇ ਕਦੇ ਉਹਨਾਂ ਦੀ ਇਹ ਸਟੇਟਮੈਂਟ ਦੇ ਵਿੱਚੋਂ ਉਹ ਝਲਕ ਆਉਂਦੀ ਹੈ ਜਿਹੜੀ ਪੁਰਾਣੀ ਕਾਂਗਰਸ ਦੀ ਗੱਲ ਸੀ। ਉਹ ਲੋਕ ਪੱਖੀ ਗੱਲਾਂ ਕਿਤੇ ਕਰਦੇ ਕਈ ਵਾਰੀ ਨਜ਼ਰ ਆਉਂਦੇ ਆ, ਵੀ ਉਹ ਲੋਕਾਂ ਦੀ ਦਰਦ ਦੀ ਗੱਲ ਕਰਦੇ ਆ, ਉਹ ਮਹਿੰਗਾਈ ਦੀ ਗੱਲ ਕਰਦੇ ਆ, ਉਹ ਇਹ ਕਹਿੰਦੇ ਜੀ ਲੋਕਾਂ ਦਾ ਜੀਣੇ ਜਿਹੜਾ ਵਸਰ ਆ, ਲੋਕਾਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਜਿਹੜੀਆਂ ਸਰਕਾਰ ਦੀਆਂ ਨੇ, ਉਹਨਾਂ ਨੇ ਲੋਕਾਂ ਦਾ ਕਚੂੰਬਰ ਕੱਢਤਾ। ਪਰ ਹੁਣ ਇਹ ਜਿਹੜੀ ਮਨਪ੍ਰੀਤ ਬਾਦਲ ਜਿਨ੍ਹਾਂ ਦੀ ਸਪੋਰਟ ਕਰਦੇ ਰਹੇ ਆ, ਉਹ ਕਹਿੰਦੇ ਆ ਉਹ ਲੋਕਾਂ ਦੀ ਜਿਹੜੀ ਹੈਗੀ ਆ ਉੱਥੇ ਪ੍ਰਾਇੋਰਿਟੀ ਨਹੀਂ ਹੈ। ਉੱਥੇ ਹੈਗਾ ਜੀ, ਉੱਥੇ ਉਹ ਗੱਲ ਕਰਦੇ ਜੀ GDP ਕਿੱਡੀ ਦੇਸ਼ ਦੀ ਵੱਧ ਗਈ। ਹੁਣ ਮੈਂ ਇੱਕ ਰਿਪੋਰਟ ਆਪਣੇ ਆਫਿਸ ਆਪਾਂ ਗੱਲ ਕਰ ਰਹੇ ਸੀ, ਹੁਣ ਪਿਛਲੇ ਦਿਨਾਂ ਦੇ ਵਿੱਚ ਇੱਕ ਰਿਪੋਰਟ ਆਈ ਹੈ ਕਿ ਜਦੋਂ ਕੋਵਿਡ ਸ਼ੁਰੂ ਹੋਇਆ ਉਦੋਂ ਤੋਂ ਲੈ ਕੇ ਨਵੰਬਰ 2022 ਆ ਹੁਣ ਤੱਕ 3 ਮਹੀਨੇ ਪਹਿਲਾਂ ਤੱਕ ਇੰਨਾ ਫਰਕ ਪਿਆ ਵਾ ਕਿ ਦੇਸ਼ ਦੀ, ਭਾਰਤ ਦੀ 40% ਜਿਹੜੀ ਵੈਲਥ ਹੈ, ਜਿਹੜੀ ਦੌਲਤ ਆ, ਉਹ ਸਿਰਫ 1% ਲੋਕਾਂ ਕੋਲੇ ਹੈ। ਤੇ ਜਿਹੜੇ ਹੇਠਲੇ ਪੱਧਰ ਤੋਂ 50% ਜਿਹੜੀ ਪੋਪੂਲੇਸ਼ਨ ਹੈ, ਉਹਨਾਂ ਦੇ ਕੋਲੇ ਸਿਰਫ 3% ਦੌਲਤ ਹੈ। ਇਹ ਕਿਹੜੀਆਂ ਪਾਲਿਸੀਜ਼ ਆਈਆਂ? ਇਹ ਪਾਲਿਸੀਜ਼ ਨੂੰ ਸਪੋਰਟ ਕੀਤਾ ਕਿਸੇ ਟਾਈਮ ਤੇ ਮਨਪ੍ਰੀਤ ਬਾਦਲ ਨੇ। ਮਨਪ੍ਰੀਤ ਬਾਦਲ ਅਕਾਲੀ ਦਲ ਤੋਂ ਕਿਉਂ ਅਲੱਗ ਹੋਏ? ਕਿਉਂਕਿ ਅਕਾਲੀ ਦਲ ਕੁਝ ਪਾਲਿਸੀਜ਼ ਦੇਣਾ ਚਾਹੁੰਦਾ ਸੀ, ਜਿਹਨੂੰ ਅੱਜ ਕੱਲ੍ਹ ਇੱਕ ਬੜਾ ਗੰਦਾ ਵਰਡ ਬਣਾ ਕੇ ਕਹਿੰਦੇ ਫ੍ਰੀ ਬੀਜ਼ ਕਹਿੰਦੇ ਆ। ਲੋਕਾਂ ਨੂੰ ਕਿਸੇ ਲੈਵਲ ਦੇ ਉੱਤੇ ਕੰਸੈਸ਼ਨ ਦੇਣਾ ਚਾਹੁੰਦੇ ਆ। ਮਨਪ੍ਰੀਤ ਬਾਦਲ ਕਹਿੰਦੇ ਹੁੰਦੇ ਸੀ ਖਜ਼ਾਨੇ ਖਾਲੀ ਨੇ। ਤੇ ਉਹ ਯਾਦ ਹੋਣਾ, ਤੇ ਉਹ ਜਿਹੜੇ ਲੋਕਾਂ ਨੂੰ ਕੰਸੈਸ਼ਨਸ ਦੇਣ ਦੀ ਗੱਲ ਆ, ਜਿਹੜੇ ਸਪੈਸ਼ਲੀ ਡਾਊਨ ਟਰੋਡਨ ਨੇ ਜਾਂ ਜਿਹੜੇ ਹੈਵ ਨੋਟਸ ਨੇ, ਉਹਨਾਂ ਨੂੰ ਨਹੀਂ ਸੀ ਉਹ ਪਸੰਦ ਕਰਦੇ। ਹੁਣ ਇਹ ਪਾਲਿਸੀਜ਼ ਜਿਹੜੀਆਂ ਨੇ ਅੱਜ ਕੱਲ੍ਹ ਬਹੁਤ ਲੈਵਲ ਦੇ ਉੱਤੇ ਬੀਜੇਪੀ ਦੀ ਜਿਹੜੀ ਮੌਜੂਦਾ ਮੋਦੀ ਸਰਕਾਰ ਆ ਉਹ ਇੰਪਲੀਮੈਂਟ ਕਰ ਰਹੀ ਹੈ। ਕੁਛ ਲੋਕ ਜਿਹੜੇ ਹੈਗੇ ਆ ਧਨਾੜ ਹੁੰਦੇ ਜਾ ਰਹੇ ਆ, ਬਾਕੀ ਜਿਹੜੀ ਗਰੀਬੀ ਆ ਉਹ ਵੱਧਦੀ ਜਾ ਰਹੀ ਹੈ। ਸੋ ਜਿਹੜਾ ਪਾੜਾ ਵੱਧ ਰਿਹਾ ਉਹਦੇ ਵਿੱਚ ਹੁਣ ਉਹੋ ਜਿਹੇ ਮਾਹੌਲ ਦੇ ਵਿੱਚ ਮਨਪ੍ਰੀਤ ਬਾਦਲ ਕੋਲੇ ਹੋਰ ਕੋਈ ਜਗ੍ਹਾ ਨਹੀਂ ਸੀ। ਦੂਸਰੀ ਗੱਲ ਇਹ ਹੈ, ਜਦੋਂ ਕਾਂਗਰਸ ਉਸ ਪਾਲਿਸੀਜ਼ ਤੋਂ ਦੂਰ ਹੁੰਦੀ ਨਜ਼ਰ ਆ ਰਹੀ ਹੈ, ਉਹ ਗੱਲ ਕਰਦੇ ਆ ਜੀ ਅਸੀਂ ਲੋਕ ਪੱਖੀ ਗੱਲ ਕਰਨੀ ਆ। ਪੰਜਾਬ ਦੇ ਵਿੱਚ ਜਿਹੜੀ ਇੱਕ ਪੋਲੀਟੀਕਲ ਕਲਾਸ ਸੀ, ਉਹਨੂੰ ਪਿਛਲੀਆਂ ਚੋਣਾਂ ਦੇ ਵਿੱਚ ਪੂੰਝ ਕੇ ਪਰੇ ਮਾਰਿਆ। ਸੋ ਇਹਨਾਂ ਜਿਹੜੇ ਪੂੰਝੇ ਗਏ, ਉਹ ਹੁਣ ਆਪਣੇ ਵਾਸਤੇ ਨਵੀਂ ਜਗ੍ਹਾ ਲੱਭ ਰਹੇ ਵੀ ਅਸੀਂ ਕਿੱਥੇ ਲੱਗੀਏ। ਸੋ ਜਿਹੜਾ ਹੁੰਦਾ ਬੂਟਾ ਆਪਣੀ ਜ਼ਮੀਨ ਲੱਭਦਾ ਵੀ ਮੈਂ ਸਭ ਤੋਂ ਜ਼ਿਆਦਾ ਕਿੱਥੇ ਪ੍ਰਫੁੱਲਤ ਹੋਊਂਗਾ। ਸੋ ਮਨਪ੍ਰੀਤ ਬਾਦਲ ਵੇਲੇ ਇਸ ਵੇਲੇ ਹੋਰ ਕੋਈ ਚਾਰਾ ਨਹੀਂ ਸੀ ਕਿ ਉਹ ਬੀਜੇਪੀ ਜਾਂਦੇ। ਸੋ ਉਹ ਆਪਣਾ ਜਾਣੀ ਉਹਨਾਂ ਦੇ ਕੋਲ ਕੋਈ ਚਾਰਾ ਹੀ ਨਹੀਂ ਬਚਿਆ ਸੀਗਾ ਕਾਂਗਰਸ ਨੂੰ ਛੱਡਣ ਤੋਂ ਇਲਾਵਾ, ਤਾਂ ਫਿਰ ਅਕਾਲੀ ਦਲ ਦੇ ਵਿੱਚ ਜਾਣ ਦਾ ਵੈਸੇ ਹੀ ਕੋਈ ਪੋਸੀਬਿਲਿਟੀ ਨਹੀਂ ਬਣਦੀ ਸੀ। ਫਿਰ ਬਚਿਆ ਸਿਰਫ ਤੇ ਸਿਰਫ ਬੀਜੇਪੀ। ਤੁਹਾਨੂੰ ਕੀ ਲੱਗਦਾ ਵੀ ਬੀਜੇਪੀ ਕਿਉਂ ਕਾਂਗਰਸ ਦੇ ਲੀਡਰਾਂ ਨੂੰ ਇੰਨਾ ਜ਼ਿਆਦਾ ਆਪਣੇ ਵਿੱਚ ਸ਼ਾਮਿਲ ਕਰੀ ਜਾ ਰਹੀ ਹੈ? ਪੂਰੇ ਭਰਵੇਂ ਸਵਾਗਤ ਕੀਤੇ ਜਾਂਦੇ ਨੇ, ਚਾਹੇ ਉਹ ਵੱਡੇ ਲੀਡਰ, ਜਿਵੇਂ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ, ਲੀਡਰ ਰਾਜਕੁਮਾਰ ਵੇਰਕਾ ਹੋਣ, ਚਾਹੇ ਸੁਨੀਲ ਜਾਖੜ ਹੋਣ, ਉਸ ਤੋਂ ਇਲਾਵਾ ਫਤਿਹ ਜੰਗ ਬਾਜਵਾ ਨੇ, ਕੈਪਟਨ ਅਮਰਿੰਦਰ ਸਿੰਘ ਨੇ, ਹੋਰ ਵੀ ਕਈ ਨਾਮੀ ਜਿਹੜੇ ਚਿਹਰੇ ਨੇ, ਵੱਡੇ ਸਿਆਸੀ ਲੀਡਰ ਨੇ। ਕੀ ਲੱਗਦਾ ਵੀ ਬੀਜੇਪੀ ਤਾਂ ਕਹਿੰਦੇ ਨੇ ਵੀ ਹਮੇਸ਼ਾ ਦੂਰਦਰਸ਼ੀ ਸੋਚਦੀ ਆ, ਤੇ ਫਿਰ ਇਦਾਂ ਹੀ ਜਿਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ, ਤੇ ਫਿਰ ਉਹ ਬੀਜੇਪੀ ਦੇ ਵਿੱਚ ਸ਼ਾਮਲ ਹੁੰਦੇ ਪਏ ਹੈਗੇ ਆ। ਬੀਜੇਪੀ ਨੂੰ ਇਸ ਦਾ ਕੀ ਫਾਇਦਾ ਲੱਗਦਾ? ਕੁਛ ਤਾਂ ਬੀਜੇਪੀ ਨੇ ਵੀ ਸੋਚਿਆ ਹੀ ਹੋਵੇਗਾ। ਮਮਤਾ, ਪਿਛਲੀਆਂ ਚੋਣਾਂ ਦੇ ਵਿੱਚ ਨਜ਼ਰ ਤਾਂ ਆਇਆ ਵੀ ਬੀਜੇਪੀ ਨੂੰ ਇਸ ਦਾ ਕੋਈ ਫਾਇਦਾ ਹੋਇਆ। ਰਾਦਰ ਬੀਜੇਪੀ ਨੂੰ ਨੁਕਸਾਨ ਜ਼ਰੂਰ ਹੋਇਆ ਕਿ ਬੀਜੇਪੀ ਦਾ ਕਾਡਰ ਜਿਹੜਾ 1947 ਤੋਂ ਲੈ ਔਨਵਰਡ, ਜਿਹੜਾ ਪਹਿਲਾਂ ਜਨਸੰਘ ਹੁੰਦਾ ਸੀ, ਫਿਰ ਹੁਣ ਬੀਜੇਪੀ ਬਣ ਗਿਆ। ਜਿਹੜੇ ਉਹਨਾਂ ਦੇ ਵਿੱਚ ਜਿਹੜੇ ਸਕਸੈਸਿਵਲੀ ਉਹਨਾਂ ਨੇ ਸਟਰਗਲ ਕੀਤਾ ਕਾਂਗਰਸ ਦੇ ਖਿਲਾਫ ਜਾਂ ਹੋਰ ਜਿਹੜੀਆਂ ਹੈਗੀਆਂ ਪੋਲੀਟੀਕਲ ਫਾਰਮੇਸ਼ਨ ਦੇ ਖਿਲਾਫ ਸਟਰਗਲ ਕੀਤਾ। ਤੇ ਹੁਣ ਜਦੋਂ ਰਾਜ ਭਾਗ ਜਿਹਨੂੰ ਕਹਿੰਦੇ ਆ ਇੰਜੋਏ ਕਰਨ ਦਾ ਮੌਕਾ ਆ ਗਿਆ, ਫਿਰ ਤੁਸੀਂ ਬੰਦੇ ਬਾਹਰੋਂ ਇੰਪੋਰਟ ਕਰ ਲਏ। ਉਹਨਾਂ 'ਚ ਇੱਕ ਲੈਵਲ ਦੇ ਉੱਤੇ ਜਿਹਨੂੰ ਕਹਿੰਦੇ ਡਿਸਹਾਰਟਨਮੈਂਟ ਜਿਹੜੀ ਹੈਗੀ ਆ, ਉਦਾਸੀਨਤਾ ਆ ਗਈ ਹੈ। ਉਹ ਕਿੰਨਾ ਕੁ ਪਾਰਟੀ ਦਾ ਕਾਡਰ ਜਿਹੜਾ ਹੈ, ਜਦੋਂ ਤੁਸੀਂ ਇਹ ਦੇਖੋ ਪਿਛਲੀਆਂ ਚੋਣਾਂ ਦੇ ਵਿੱਚ ਹੀ ਬੀਜੇਪੀ ਦੇ ਲੋਕ ਮਨਪ੍ਰੀਤ ਬਾਦਲ ਦੀਆਂ ਜਿਹੜੀਆਂ ਪਾਲਿਸੀ ਸੀਗੀਆਂ ਉਹਦੇ ਪਹਿਲੀ ਵਾਰੀ ਖੁੱਲ੍ਹ ਕੇ ਉਹਦੇ ਖਿਲਾਫ ਬੋਲ ਰਹੇ ਸੀ, ਕਿਉਂਕਿ ਪਹਿਲਾਂ ਮਨਪ੍ਰੀਤ ਬਾਦਲ ਅਕਾਲੀ ਦਲ ਬੀਜੇਪੀ ਦੇ ਫਾਈਨਾਂਸ ਮਿਨਿਸਟਰ ਹੁੰਦੇ ਸੀ, ਫਿਰ ਉਦੋਂ ਅਕਾਲੀ ਬੀਜੇਪੀ ਦਾ ਅਲਾਇੰਸ ਸੀਗਾ। ਹੁਣ ਜਦੋਂ ਕਾਂਗਰਸ ਦੇ ਉਹ ਬਣੇ ਸੀ ਫਾਈਨਾਂਸ ਮਿਨਿਸਟਰ, ਉਦੋਂ ਬੀਜੇਪੀ ਖੁੱਲ੍ਹ ਕੇ ਉਹਨਾਂ ਦੇ ਖਿਲਾਫ ਬੋਲ ਰਹੀ ਸੀ। ਉਹਨਾਂ ਦੇ ਲੀਡਰ ਵੀ ਬਠਿੰਡੇ ਤੋਂ, ਮੈਂ ਉਹਨਾਂ ਦਾ ਨਾਂ ਭੁੱਲ ਗਿਆ, ਹੁਣੇ ਯਾਦ ਆ ਰਿਹਾ ਸੀਗਾ, ਉਹ ਵੀ ਉਹਨਾਂ ਦੀ ਵਿਰੋਧਤਾ ਕਰਦੇ ਸੀ। ਔਰ ਈਵਨ ਇਹ ਦੇਖੋ
ਆਪਣੇ ਜਿਹੜੇ ਮੌਜੂਦਾ ਕਾਂਗਰਸ ਦੇ ਪ੍ਰਧਾਨ ਨੇ ਉਹ ਵੀ ਇਹ ਕਹਿੰਦੇ ਸੀ ਕਿ ਆਪਣੇ ਸਿਆਸੀ ਮੁਫਾਦਾਂ ਵਾਸਤੇ ਬਾਦਲ ਸਾਰੇ ਇਕੱਠੇ ਹੋ ਜਾਂਦੇ ਨੇ, ਸੋ ਆਈਡੀਓਲੋਜੀਕਲ ਡਿਫਰੈਂਸਿਸ ਛੱਡ ਦਿੰਦੇ ਨੇ। ਸੋ ਜਿਹੜੇ ਬੀਜੇਪੀ ਦੇ ਵਰਕਰ ਮਨਪ੍ਰੀਤ ਬਾਦਲ ਦੀ ਕ੍ਰਿਟਿਸਿਜ਼ਮ ਕਰ ਰਹੇ ਸੀ ਜੀ ਹੁਣ ਆਲ ਆਫ ਅ ਸਡਨ ਤੁਸੀਂ ਲਿਆ ਕੇ ਪਾਰਟੀ ਹਾਈ ਕਮਾਂਡ ਨੇ ਲਿਆ ਕੇ ਬਿਠਾਤਾ ਉਹਦੇ ਉੱਪਰ ਤੇ ਕਿਹਾ ਵੀ ਹੁਣ ਇਹਦੀ ਸਪੋਰਟ ਕਰੋ। ਉਹ ਜਿਹੜਾ ਕਾਡਰ ਆ ਉਹ ਕਿੰਨਾ ਕੁ ਜੋਸ਼ ਨਾਲ ਹੁਣ ਜਿਹੜਾ ਕੰਪੀਟੀਸ਼ਨ ਹੈ, ਹੁਣ ਕਾਂਗਰਸ ਕੋਲੋਂ ਇੰਨਾ ਕੰਪੀਟੀਸ਼ਨ ਨਹੀਂ ਆ ਬੀਜੇਪੀ ਨੂੰ ਕੰਪੀਟੀਸ਼ਨ ਹੈਗਾ ਇਸ ਵੇਲੇ ਆਮ ਆਦਮੀ ਪਾਰਟੀ ਕੋਲ। ਹੁਣ ਆਮ ਆਦਮੀ ਪਾਰਟੀ ਦੇ ਨਾਲ ਲੜਾਈ ਜੇ ਲੜਨੀ ਆ ਤੇ ਬੀਜੇਪੀ ਦਾ ਕਾਡਰ ਕਿੰਨਾ ਕੁ ਉਹਦੇ ਚ ਜੋਸ਼ ਭਰੂਗੀ। ਇੱਕ ਬੰਦਾ ਉਹ ਲਿਆ ਕੇ ਖੜਾ ਕਰਤਾ ਜਿਹਨੂੰ ਉਹ ਕ੍ਰਿਟਿਸਾਈਜ਼ ਕਰਦੇ ਰਹੇ ਆ। ਇਹ ਮੈਨੂੰ ਬੀਜੇਪੀ ਦੀ ਜਿਹੜੀ ਤੁਸੀਂ ਬਿਲਕੁਲ ਬਈ ਇਹ ਬੜੀ ਦੂਰਦਰਸ਼ੀ ਪਾਰਟੀ ਮੰਨੀ ਜਾਂਦੀ ਹੈ। ਹਾਲਾਂਕਿ ਪੰਜਾਬ ਦੇ ਵਿੱਚ ਅੱਜ ਵੀ ਉਹ ਆਪਣਾ ਉਸ ਤਰੀਕੇ ਦਾ ਗਾੜਾ ਨਹੀਂ ਜਮਾ ਪਾਈ ਹੈ, ਪਰ ਮੰਨਿਆ ਇਹੀ ਜਾਂਦਾ। ਪਰ ਇਹਦੇ ਵਿੱਚ ਮਮਤਾ ਜਿਹੜਾ ਦੂਸਰੀ ਗੱਲ ਹੈਗੀ ਬੀਜੇਪੀ ਦੀ ਇੱਕ ਹੋਰ ਮਜਬੂਰੀ ਬੜੀ ਹੈ। ਬੀਜੇਪੀ ਨੂੰ ਇੱਕ ਐਂਟੀ ਮਾਈਨੋਰਿਟੀ ਪਾਰਟੀ ਮੰਨਿਆ ਜਾਂਦਾ। ਸੋ ਬੀਜੇਪੀ ਉਹ ਜਿਹੜਾ ਐਂਟੀ ਮਾਈਨੋਰਿਟੀ ਦਾ ਟੈਗ ਜਿਹੜਾ ਹੈ ਉਹ ਹਟਾਉਣਾ ਚਾਹੁੰਦੀ ਹੈ। ਉਹਦੇ ਵਿੱਚ ਆਪਣੇ ਕਾਡਰ ਔਰ ਲੀਡਰਸ ਦੇ ਵਿੱਚ ਜਿੰਨੇ ਕੁ ਵੀ ਪ੍ਰੋਮੀਨੈਂਟ ਸਿੱਖ ਆ ਜਾਣ ਉਹ ਜੇ ਪਹੁੰਚਦੇ ਨੇ ਉਹਨਾਂ ਵਾਸਤੇ ਬਹੁਤ ਫਾਇਦੇਮੰਦ ਹੈ। ਜੇ ਕੈਪਟਨ ਅਮਰਿੰਦਰ ਸਿੰਘ ਪਟਿਆਲੇ ਦੀ ਰਾਇਲ ਫੈਮਿਲੀ ਚੋਂ ਹੈ, ਫਿਰ ਜਿਹੜੀ ਆਜ਼ਾਦੀ ਤੋਂ ਬਾਅਦ ਜਾਂ ਪੰਜਾਬ ਦੀ ਰੀਆਰਗੇਨਾਈਜੇਸ਼ਨ ਤੋਂ ਬਾਅਦ ਜਿਹੜੀ ਨਵੀਂ ਪੰਜਾਬ ਦੀ ਰਾਇਲ ਫੈਮਿਲੀ ਬਣੀ ਬਾਦਲ ਪਰਿਵਾਰ, ਉਹਨਾਂ ਦਾ ਇੱਕ ਮੈਂਬਰ ਆ ਕੇ ਉਹਨਾਂ ਨੂੰ ਜੁਆਇਨ ਕਰਦਾ। ਸੋ ਉਹਨਾਂ ਨੂੰ ਇੱਕ ਨੈਸ਼ਨਲ ਲੈਵਲ ਦੇ ਉੱਤੇ ਜਾਂ ਇੰਟਰਨੈਸ਼ਨਲ ਲੈਵਲ ਦੇ ਉੱਤੇ ਇੱਕ ਗੱਲ ਕਰਨ ਨੂੰ ਹੁੰਦੇ ਵੀ ਅਸੀਂ ਐਂਟੀ ਮਾਈਨੋਰਿਟੀਜ਼ ਨਹੀਂ ਆ, ਐਂਟੀ ਮੁਸਲਿਮ ਹੋ ਸਕਦੇ ਆ। ਪਰ ਹੁਣ ਅੱਜ ਕੱਲ੍ਹ ਤਾਂ ਇਹ ਦੇਖਿਆ ਕਿ ਉਹ ਉੱਧਰਲਾ ਵੀ ਚੇਂਜ ਕਰਨਾ ਚਾਹੁੰਦੇ ਨੇ ਆਪਣੀ ਪਰਸੈਪਸ਼ਨ। ਸੋ ਪਰਸੈਪਸ਼ਨ ਦੀ ਲੜਾਈ ਦੇ ਵਿੱਚ ਬੀਜੇਪੀ ਨੂੰ 2024 ਦੀਆਂ ਚੋਣਾਂ ਦੇ ਵਿੱਚ ਇਸ ਦੇ ਨਾਲ ਕਿੰਨਾ ਕੁ ਫਰਕ ਹੋਊਗਾ, ਕਿਉਂਕਿ ਮੈਂ ਪਿਛਲੇ 2 ਦਿਨਾਂ 'ਚ ਜਿਹੜਾ ਸੀ ਬਾਹਰ ਪੰਜਾਬ 'ਚ ਘੁੰਮਿਆ, ਪੰਜਾਬ ਦੇ ਲੋਕ ਬੜੇ ਡਿਸਇੰਟਰਸਟਿਡ ਨੇ। ਜੇ 2024 ਦੇ ਵਿੱਚ ਪੰਜਾਬ ਦੀ ਸਿਆਸੀ ਪਾਰਟੀਆਂ ਨੇ ਕੋਈ ਆਪਣਾ ਪਰਫਾਰਮੈਂਸ ਠੀਕ ਨਾ ਕੀਤੀ ਤਾਂ ਪਿਛਲੀਆਂ ਚੋਣਾਂ ਜਿਹੜੀਆਂ ਲੋਕ ਸਭਾ ਦੀਆਂ ਚੋਣਾਂ ਸੀ ਉਹਦੇ 'ਚ 75% ਤੋਂ ਉੱਤੇ ਵੋਟਾਂ ਸੀ। ਮੈਨੂੰ ਲੱਗਦਾ ਨਹੀਂ ਕਿ 60% ਵੋਟਾਂ ਪੈਣ। ਸੋ ਲੋਕੀ ਜਮਹੂਰੀਅਤ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਆ। ਉਹ ਜਮਹੂਰੀਅਤ ਤੋਂ ਨਜ਼ਰ ਆ ਰਿਹਾ ਜਿਨ੍ਹਾਂ ਨੂੰ ਅਪਣਾਇਆ ਉਹਨਾਂ ਨੇ AK-47 ਨੂੰ ਨਕਾਰ ਕੇ ਪੰਜਾਬ ਦੇ ਲੋਕਾਂ ਨੇ ਅਪਣਾਇਆ ਸੀ। ਇਹ ਪੋਲੀਟੀਕਲ ਪਾਰਟੀਆਂ ਦੀ ਕਾਰਗੁਜ਼ਾਰੀ ਕਰਕੇ ਹੁਣ ਲੋਕੀ ਜਮਹੂਰੀਅਤ ਤੋਂ ਦੂਰ ਹੁੰਦੇ ਨਜ਼ਰ ਆ ਰਹੇ ਨੇ। ਸੋ ਇਹੋ ਜਿਹੇ ਜਿਹੜੇ ਸਟੈਪ ਨੇ ਬੀਜੇਪੀ ਨੂੰ ਵੀ ਇਹ ਦੇਖਣਾ ਚਾਹੀਦਾ ਕਿ ਪੰਜਾਬ ਦੇ ਵਿੱਚ ਇਹਦੇ ਨਾਲ ਉਹਨਾਂ ਦੇ ਕਾਡਰ ਦੇ ਉੱਤੇ ਵੀ ਕੀ ਅਸਰ ਹੁੰਦਾ। ਇੱਥੇ ਸਵਾਲ ਇੱਕ ਇਹ ਵੀ ਆਉਂਦਾ ਆ, ਜਿਵੇਂ ਕਿ ਆਪਾਂ ਪਹਿਲੇ ਡਿਸਕਸ ਕੀਤਾ ਬਈ ਕਿਤੇ ਨਾ ਕਿਤੇ ਵਿਰੋਧ ਕੀਤਾ ਗਿਆ ਜਾਂ ਫਿਰ ਤੰਜ ਕੱਸੇ ਗਏ। ਹੁਣ ਇਹ ਕਾਂਗਰਸ ਪਾਰਟੀ ਦੇ ਵੱਲੋਂ ਤਾਂ ਤੰਜ ਸਿੱਧੇ ਮਨਪ੍ਰੀਤ ਬਾਦਲ ਦੇ ਉੱਤੇ ਕੱਸੇ ਗਏ ਤੇ ਦੂਜੀਆਂ ਵਿਰੋਧੀ ਪਾਰਟੀਆਂ ਬੀਜੇਪੀ ਦੇ ਉੱਤੇ ਵੀ ਤੰਜ ਕੱਸਦੀਆਂ ਨਜ਼ਰ ਆਈਆਂ। ਹੁਣ ਦਲਜੀਤ ਚੀਮਾ ਟਵੀਟ ਕਰਕੇ ਇਹ ਕਹਿੰਦੇ ਨੇ ਭਈ ਇਹਨਾਂ ਸਾਰੇ ਕਾਂਗਰਸੀਆਂ ਨੂੰ ਪਾਰਟੀ ਵਿੱਚ ਸ਼ਾਮਲ ਤੁਸੀਂ ਲਗਾਤਾਰ ਧੜ ਕਰੀ ਜਾ ਰਹੇ ਹੋ ਤੇ ਇਹਨਾਂ ਸਭ ਦੇ ਵਿੱਚ ਇਹ ਚੀਜ਼ ਜ਼ਰੂਰ ਸੋਚ ਲਿਓ ਕਿ ਜਿਹੜੇ ਲੋਕਾਂ ਨੇ ਹੱਡ ਭੰਨਵੀਂ ਮਿਹਨਤ ਕੀਤੀ ਹੈ ਕਈ ਸਾਲਾਂ ਤੋਂ ਬੀਜੇਪੀ ਦੇ ਲਈ, ਉਹਨਾਂ ਦਾ ਖਿਆਲ ਥੋੜਾ ਜਿਹਾ ਜ਼ਰੂਰ ਰੱਖ ਲਿਓ। ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਤਾਂ ਇੱਕ ਵੱਡਾ ਚੈਲੰਜ ਬੀਜੇਪੀ ਦੇ ਲਈ ਹੋਵੇਗਾ ਕਿ ਪਹਿਲਾਂ ਇਹ ਕਾਂਗਰਸੀਆਂ ਨੂੰ ਸ਼ਾਮਿਲ ਕਰੀ ਜਾ ਰਹੇ ਆ ਤੇ ਪਹਿਲੇ ਵੀ ਤਾਂ ਬੀਜੇਪੀ ਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਨੇ ਜਿਨ੍ਹਾਂ ਨੇ ਇੱਕ ਜਦੋਂ ਫਿਰ ਵੋਟਾਂ ਦੀ ਵਾਰੀ ਆਵੇਗੀ ਜਾਂ ਫਿਰ ਕਹਿ ਸਕਦੇ ਹਾਂ ਵੀ ਜਿੱਦਾਂ ਵਿਧਾਨ ਸਭਾ ਚੋਣਾਂ ਆਉਂਦੀਆਂ ਨੇ ਉਸ ਵੇਲੇ ਲੀਡਰ ਜਿਹੜੇ ਨੇ ਆਪਾਂ ਕੈਂਡੀਡੇਟ ਅਨਾਊਂਸ ਕਰਨੇ ਹੁੰਦੇ ਨੇ ਤਾਂ ਫਿਰ ਉਸ ਵੇਲੇ ਵੀ ਤਾਂ ਇੱਕ ਚੈਲੰਜ ਆਵੇਗਾ ਨਾ ਬੀਜੇਪੀ ਦੇ ਲਈ। ਮਮਤਾ ਥੋੜਾ ਜਿਹਾ ਇਸ ਤੋਂ ਫਰਕ ਹੋ ਕੇ ਸੋਚਣ ਦੀ ਲੋੜ ਹੈ ਜੀ ਕਿ ਜਿਹੜਾ ਪੰਜਾਬ ਦੇ ਵਿੱਚ ਪਿਛਲੇ 2 ਸਾਲਾਂ 'ਚ ਸਭ ਤੋਂ ਵੱਡਾ ਪਰਿਵਰਤਨ ਆਇਆ ਉਹ ਸੀਗਾ ਜੀ ਕਿਸਾਨੀ ਮੋਰਚਾ। ਜੀ ਕਿਸਾਨਾਂ ਦੇ ਮੋਰਚੇ ਤੋਂ ਬਾਅਦ 'ਚੋਂ ਜਿਹੜੀ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਫਰਕ ਪਿਆ ਕਿ ਜੀ ਜਿਹੜੀ ਸਾਡੀ ਸਥਾਪਿਤ ਸਿਆਸੀ ਜਮਾਤ ਸੀ ਉਹਨੂੰ ਲੋਕਾਂ ਨੇ ਪੂੰਝ ਕੇ ਪਰੇ ਮਾਰਿਆ ਔਰ ਬੁਰੀ ਤਰ੍ਹਾਂ ਹਰਾਇਆ। ਉਹਨਾਂ ਦੀਆਂ ਵੱਡੇ ਲੀਡਰ ਪ੍ਰਕਾਸ਼ ਸਿੰਘ ਬਾਦਲ ਵਰਗੇ ਵੀ ਹਾਰ ਗਏ, ਕੈਪਟਨ ਅਮਰਿੰਦਰ ਬਾਦਲ ਪਰਿਵਾਰ ਸਾਰਾ ਹਾਰਿਆ। ਔਰ ਕਿਉਂ ਹਾਰਿਆ? ਕਿਉਂਕਿ ਜਿਹੜਾ ਕਿਸਾਨੀ ਅੰਦੋਲਨ ਸੀ ਇਕੱਲਾ ਸਿਰਫ 3 ਬਿੱਲਾਂ ਦੇ ਖਿਲਾਫ ਨਹੀਂ ਸੀ। ਜਿਹੜੀ ਇਹ ਦੁਨੀਆ ਕੌਮਾਂਤਰੀ ਲੈਵਲ ਦੇ ਉੱਤੇ ਜਿਹੜੀਆਂ ਇਕਨੋਮਿਕ ਪਾਲਿਸੀਜ਼ ਜਿਹੜੀਆਂ ਹੁਣ ਇਸ ਵੇਲੇ ਰਾਜ ਕਰ ਰਹੀਆਂ, ਜਿਨ੍ਹਾਂ ਨੇ ਮੰਡੀ ਦੀਆਂ ਤਾਕਤਾਂ ਦੇ ਥਰੂ ਉਹ ਲੋਕਾਂ ਦਾ ਘਾਣ ਕਰ ਰਹੀਆਂ ਨੇ, ਉਹਨਾਂ ਦੇ ਖਿਲਾਫ ਪਹਿਲੀ ਜਿਹੜੀ ਇੱਕ ਸੰਘਰਸ਼ ਸੀਗਾ ਜਿਹੜਾ ਕਾਮਯਾਬ ਹੋਇਆ। ਔਰ ਬੀਜੇਪੀ ਔਰ ਈਵਨ ਅਕਾਲੀ ਦਲ ਔਰ ਕਾਂਗਰਸ ਨੂੰ ਇਹ ਸੋਚਣਾ ਚਾਹੀਦਾ ਉਹਨਾਂ ਦੇ ਵਿੱਚ ਜਿਹੜੇ ਅੰਦਰ ਲੋਕੀ ਨੇ ਉਹੋ ਜਿਹੀਆਂ ਪਾਲਿਸੀਜ਼ ਨੂੰ ਸਪੋਰਟ ਕਰਨ ਵਾਲੇ ਕਿਹੜੇ ਨੇ ਜਿਹੜੀਆਂ ਲੋਕਾਂ ਦੇ ਖਿਲਾਫ ਨੇ। ਮੈਂ ਬੜੇ ਜ਼ਿੰਮੇਵਾਰੀ ਨਾਲ ਕਹਿਣਾ ਚਾਹੁੰਦਾ ਕਿ ਜਿਹੜੀਆਂ ਇਸ ਵੇਲੇ ਕੌਮਾਂਤਰੀ ਲੈਵਲ 'ਤੇ ਜਿਹੜੀਆਂ ਮਾਰਕੀਟ ਫੋਰਸਿਸ ਦੀਆਂ ਪਾਲਿਸੀਜ਼ ਨੇ ਉਹ ਐਂਟੀ ਪੀਪਲ ਨੇ, ਉਹ ਲੋਕਾਂ ਦੇ ਲੋਕ ਵਿਰੋਧੀ ਨੇ। ਹੁਣ ਇਹ ਜਿਹੜੀਆਂ ਲੋਕ ਵਿਰੋਧੀ ਜਿਹੜੀਆਂ ਪਾਲਿਸੀ ਸੀਗੀਆਂ ਉਹਦੇ ਵਿੱਚ ਡਾਕਟਰ ਮਨਮੋਹਨ ਸਿੰਘ ਤੋਂ ਲੈ ਕੇ ਮਨਪ੍ਰੀਤ ਬਾਦਲ ਤੱਕ ਵਰਗੇ ਲੋਕਾਂ ਨੇ ਸਾਰਿਆਂ ਨੇ ਇਹਨੂੰ ਸਪੋਰਟ ਕੀਤਾ।
ਹੁਣ ਬੀਜੇਪੀ ਨੂੰ ਇਹ ਦੇਖਣਾ ਚਾਹੀਦਾ ਕਿ ਐਡੀ ਵੱਡੀ ਸਕਸੈਸ ਜਿਹੜੀ ਆ, ਐਡਾ ਵੱਡਾ ਇੱਕ ਪੰਜਾਬ ਦੇ ਵਿੱਚ ਹਿਸਟੋਰਿਕ ਡਿਸੀਜਨ ਕੀ ਹੋਇਆ। ਬੇਸ਼ੱਕ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ, ਪਰ ਉਹ ਪਾਲਿਸੀਜ਼ ਨੂੰ ਲੋਕਾਂ ਨੇ, ਪੰਜਾਬ ਦੇ ਲੋਕਾਂ ਨੇ ਨਕਾਰਿਆ, ਬੜੇ ਜੋਸ਼ੀਲੇ ਤਰੀਕੇ ਨਾਲ ਨਕਾਰਿਆ। ਔਰ ਉਹਨਾਂ ਨੇ ਜਿੰਨੇ ਲੋਕਾਂ ਨੇ ਇਹਨਾਂ ਪਾਲਿਸੀਜ਼ ਨੂੰ ਸਪੋਰਟ ਕੀਤਾ, ਉਹਨਾਂ ਨੂੰ ਇਲੈਕਸ਼ਨ 'ਚ ਹਰਾਤਾ। ਹੁਣ ਉਸ ਬੰਦੇ ਨੂੰ, ਉਹੋ ਜਿਹੇ ਲੋਕਾਂ ਨੂੰ ਤੁਸੀਂ ਫੇਰ ਇਕੱਠੇ ਕਰਕੇ ਫਿਰ ਇਹ ਐਕਸਪੈਕਟ ਕਰੋ ਕਿ ਪੰਜਾਬ ਦੇ ਲੋਕ ਤੁਹਾਨੂੰ ਸਪੋਰਟ ਕਰਨਗੇ, ਮੈਨੂੰ ਇਹ ਸਿਆਸਤ ਤਾਂ ਨਹੀਂ ਨਜ਼ਰ ਆਉਂਦੀ। ਆਪਾਂ ਹੋਰ, ਮੈਂ ਜੇ ਕੋਈ ਅੱਖਰ ਵਰਤ ਲਿਆ ਫਿਰ ਕਹਿਣਗੇ ਜੀ ਇਹ ਅਨਪਾਰਲੀਮੈਂਟਰੀ ਹੈ, ਜਾਂ ਫਿਰ ਉਹ ਕਹਿੰਦੇ ਜੀ ਇਹ ਗਲਤ ਹੋ ਜਾਂਦਾ। ਪਰ ਉਹ ਸਾਡੇ ਜਿਹੜੇ ਦਰਸ਼ਕ ਨੇ ਬਹੁਤ ਸਿਆਣੇ ਨੇ, ਉਹ ਆਪੇ ਲਾ ਲੈਣਗੇ ਕਿਹੜੇ ਕਿਹੜੇ ਅੱਖਰ ਹੈ। ਬਈ ਇਹ ਕੋਈ ਜਿਹੜੀ ਹੈਗੀ ਹੈ ਪੋਲੀਟੀਕਲ ਸਿਆਣਪ ਨਹੀਂ ਹੈ। ਜੀ ਸੋ ਗੱਲ ਕੀਤੀ ਜਾਵੇ, ਮਨਪ੍ਰੀਤ ਬਾਦਲ ਜਦੋਂ ਅਸਤੀਫਾ ਦਿੰਦੇ ਨੇ, ਆਪਾਂ ਸਟਾਰਟਿੰਗ ਦੇ ਵਿੱਚ ਹੀ ਗੱਲ ਕੀਤੀ ਵੀ ਕਿਸੇ ਵੀ ਕਾਂਗਰਸੀ ਲੀਡਰ ਦੇ ਵੱਲੋਂ ਉਸ ਦੇ ਉੱਤੇ ਕਿਸੇ ਵੀ ਤਰ੍ਹਾਂ ਦਾ ਕੋਈ ਥੋੜਾ ਜਿਹਾ ਵੀ ਦੁੱਖ ਨਹੀਂ ਜ਼ਾਹਰ ਕੀਤਾ ਗਿਆ। ਪਰ ਮਨਪ੍ਰੀਤ ਬਾਦਲ ਜਿਵੇਂ ਹੀ ਉਹ ਅਸਤੀਫੇ ਦੀ ਚਿੱਠੀ ਜਿਹੜੀ ਹੈ ਸਟਾਰਟ ਕਰਦੇ ਨੇ, ਕਹਿੰਦੇ ਮੈਂ ਬੜੇ ਭਾਰੀ ਹਿਰਦੇ ਦੇ ਨਾਲ ਜਿਹੜਾ ਇਹ ਚਿੱਠੀ ਲਿਖ ਰਿਹਾ ਆ, ਵੀ ਮੈਂ ਇਨਡਾਇਰੈਕਟ ਵੇ ਨਾਲ ਜੇ ਆਪਾਂ ਕਹਿ ਲਈਏ ਵੀ ਚਾਹੁੰਦੇ ਨਹੀਂ ਸੀ ਛੱਡਣਾ, ਜੋ ਉਹਨਾਂ ਦੇ ਚਿੱਠੀ ਦੇ ਵਿੱਚ ਲਿਖਿਆ, ਜੇ ਆਪਾਂ ਉਹਦਾ ਕਰਕਸ ਕੱਢੀਏ, ਚਾਹੁੰਦੇ ਨਹੀਂ ਸੀ ਛੱਡਣਾ, ਪਰ ਕਿਉਂਕਿ ਹਾਈ ਕਮਾਂਡ ਦੇ ਅੱਗੇ ਮੈਂ ਕਈ ਤਰ੍ਹਾਂ ਦੀਆਂ ਗੁਜ਼ਾਰਿਸ਼ਾਂ ਕੀਤੀਆਂ ਕਈ ਚੀਜ਼ਾਂ ਨੂੰ ਲੈ ਕੇ, ਤਾਂ ਮੇਰੀ ਨਹੀਂ ਸੁਣੀ ਗਈ। ਬਈ ਮੈਂ ਛੱਡਣਾ ਨਹੀਂ ਚਾਹੁੰਦਾ ਸੀਗਾ, ਪਰ ਮੈਨੂੰ ਛੱਡਣੀ ਪੈ ਰਹੀ ਆ ਮਜਬੂਰੀ ਦੇ ਵਿੱਚ। ਮਨਪ੍ਰੀਤ ਬਾਦਲ ਫਿਰ ਕਿਤੇ ਨਾ ਕਿਤੇ ਕਹਿ ਸਕਦੇ ਆ ਵੀ ਜੇ ਸ਼ਾਇਦ ਉਹਨਾਂ ਦੇ ਮੁਤਾਬਕ ਸਭ ਕੁਝ ਹੁੰਦਾ, ਉਹ ਕਾਂਗਰਸ ਜਿਹੜਾ ਆ ਉਹ ਨਾ ਛੱਡਦੇ, ਤਾਂ ਉਹ ਨਹੀਂ ਛੱਡਣਾ ਚਾਹੁੰਦੇ ਸੀ। ਬੀਜੇਪੀ ਦੇ ਵਿੱਚ ਸਿਰਫ ਇੱਕ ਮਜਬੂਰੀ ਹੀ ਸ਼ਾਮਿਲ ਸੀ ਹੋਣਾ। ਨਹੀਂ, ਮਜਬੂਰੀ ਨਹੀਂ, ਫਿਜ਼ਾਈ ਹੋਈ ਉਹਨਾਂ ਨੂੰ ਮਿਲਦੀ ਉਹ ਜਗ੍ਹਾ ਉਹੀ ਹੈ। ਕਿਉਂਕਿ ਆਪਾਂ ਜਿਹੜੀ ਭਾਰਤ ਜੋੜੋ ਯਾਤਰਾ ਵੀ ਹੋਈ ਹੈ ਜੀ, ਜੇ ਹੁਣ ਵੀ ਦੇਖੋ ਜਿਸ ਤਰ੍ਹਾਂ ਪਿਛਲੀਆਂ ਚੋਣਾਂ ਦੇ ਬਾਅਦ ਜਿਹੜੀ ਕਾਂਗਰਸੀ ਲੀਡਰਾਂ ਦੀ ਬਹੁਤ ਨਿਰਾਸ਼ਾਜਨਕ ਹਾਰ ਹੋਈ ਹੈ, ਉਸ ਤੋਂ ਬਾਅਦ ਜੋ ਜਿਹੜੇ ਲੀਡਰ ਨੇ ਹਾਰੇ ਹੋਏ ਨੇ, ਲੋਕਾਂ ਨਾਲ ਤਾਂ ਵਿਛੜਦੇ ਹੀ ਨੇ, ਔਰ ਉੱਥੋਂ ਪੁੱਛਦੇ ਵੀ ਹੋਣੇ ਆ ਵੀ ਇਹ ਸਾਡੇ ਨਾਲ ਅਸੀਂ ਹਾਰੇ ਕਿਉਂ। ਲੋਕੀ ਦੱਸਦੇ ਆ ਵੀ ਸਾਡਾ ਤਾਂ ਜੀਣਾ ਦੁੱਭਰ ਹੋ ਗਿਆ ਤੁਹਾਡੇ ਰਾਜ ਕਰਕੇ, ਵੀ ਤੁਹਾਡੀਆਂ ਪਾਲਿਸੀਜ਼ ਕਰਕੇ, ਵੀ ਕਿਸੇ ਨੂੰ ਕੁਝ ਮਿਲ ਹੀ ਨਹੀਂ ਰਿਹਾ। ਔਰ ਜਦੋਂ ਬਈ ਉਹਨਾਂ ਦੀ ਤਰੱਕੀ ਨਹੀਂ ਹੋ ਰਹੀ, ਤਰੱਕੀ ਤਾਂ ਕੁਛ ਚੰਦ ਲੋਕਾਂ ਦੀ ਹੋ ਰਹੀ ਹੈ। ਸੋ ਜਦੋਂ ਇਹ ਪਾਲਿਸੀਜ਼ ਦੇ ਖਿਲਾਫ ਲੋਕੀ ਬੋਲਦੇ ਨੇ, ਫਿਰ ਕਿਤੇ ਨਾ ਕਿਤੇ ਜਿਹੜੇ ਵਰਕਰਸ ਨੇ ਉਹਨਾਂ ਨੂੰ ਵੀ ਅਹਿਸਾਸ ਹੁੰਦਾ ਕਿ ਜਿਹੜੇ ਲੋਕਾਂ ਨੇ ਪਾਲਿਸੀਜ਼ ਨੂੰ ਇੰਪਲੀਮੈਂਟ ਕੀਤਾ, ਜਾਂ ਜਿਨ੍ਹਾਂ ਨੇ ਪਾਰਟੀ ਦੇ ਉੱਤੇ ਥੋਪੀਆਂ ਉਹ ਪਾਰਟੀਜ਼, ਤੇ ਉਹਨਾਂ ਦੇ ਉੱਤੇ ਫਿਰ ਤਾਂ ਹੀ ਉਹਨਾਂ ਦੇ ਨਾਲ ਵੀ ਜਿਹੜੇ ਵਰਕਰਸ ਨੇ, ਲੀਡਰਸ ਨੇ, ਉਹ ਦੂਰੀ ਕਰਦੇ ਆ। ਸੋ ਉਹ ਜਿਹੜੀਆਂ ਪਾਲਿਸੀਜ਼ ਸੀਗੀਆਂ, ਜਿਹੜੀਆਂ ਕੌਮਾਂਤਰੀ ਲੈਵਲ ਦੇ ਉੱਤੇ ਜਿਹੜੀਆਂ ਇਹ ਲਿਬਰਲਾਈਜੇਸ਼ਨ ਜਿਹੜੀਆਂ ਨਿਓ ਇਕਨੋਮਿਕ ਪਾਲਿਸੀਜ਼ ਨੇ ਜਿਨ੍ਹਾਂ ਨੂੰ ਕਿਹਾ ਜਾਂਦਾ, ਜਿਹੜੇ ਲੋਕੀ ਉਹਦੇ ਨਾਲ ਐਸੋਸੀਏਟ ਹੋਣਗੇ, ਉਹਨਾਂ ਤੋਂ ਹੌਲੀ ਹੌਲੀ ਜੇ ਤੁਸੀਂ ਵੋਟਾਂ ਲੈਣੀਆਂ ਨੇ, ਤੁਹਾਨੂੰ ਉਹਨਾਂ ਤੋਂ ਦੂਰ ਹੋਣਾ ਪੈਣਾ। ਉਹ ਐਂਟੀ ਪੀਪਲ ਨੇ, ਲੋਕ ਉਹਨਾਂ ਦੇ ਹੌਲੀ ਹੌਲੀ ਸਮਝਣਾ ਸ਼ੁਰੂ ਹੋ ਗਿਆ। ਜਿਹੜਾ ਸੋਸ਼ਲ ਮੀਡੀਆ ਇਹਦੇ ਥਾਈਂ ਵੀ, ਔਰ ਬਈ ਜਿਹੜੇ ਐਕਸਪਰਟਸ ਨੇ ਉਹਨਾਂ ਦੀਆਂ ਗੱਲਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ। ਸੋ ਲੋਕੀ ਉਹਨਾਂ ਤੋਂ ਦੂਰ ਹੋ ਰਹੇ। ਸੋ ਜਿਹੜਾ ਬੰਦੇ ਨੇ ਵੋਟਾਂ ਲੈਣੀਆਂ ਉਹ ਆਪੇ ਸਮਝ ਜਾਂਦਾ। ਸੋ ਉਹ ਕਹਿੰਦੇ ਵੀ ਮਨਪ੍ਰੀਤ ਬਾਦਲ ਵਰਗੇ ਜਾਂ ਕਿਤੇ ਹੋਰ, ਮਨਪ੍ਰੀਤ ਬਾਦਲ ਇਸ ਵੇਲੇ ਪੰਜਾਬ ਦੀ ਸਿਆਸਤ ਦੇ ਵਿੱਚ ਇੱਕ ਸਿੰਬਲ ਬਣ ਗਏ ਨੇ, ਜਿਨ੍ਹਾਂ ਨੇ ਉਹਨਾਂ ਨੂੰ ਵੋਟਾਂ, ਉਹਨਾਂ ਪਾਲਿਸੀਜ਼ ਨੂੰ ਸਪੋਰਟ ਕੀਤਾ, ਔਰ ਉਹਨਾਂ ਨੂੰ ਨਕਾਰਿਆ। ਸਿੰਬਲ ਕਿਹਦਾ ਬਣਿਆ? ਕਿਸਾਨੀ ਮੋਰਚਾ। ਸੋ ਉਹ ਦੇਖ ਰਹੇ ਆ, ਜਿਹੜੇ ਸਿਆਸੀ ਲੀਡਰ ਨੇ ਉਹ ਦੇਖ ਰਹੇ ਵੀ ਜੇ ਇਹ ਪਾਲਿਸੀਜ਼ ਦੇ ਨਾਲ ਅਸੀਂ ਜੁੜੇ ਰਹੇ ਤਾਂ ਸਾਡੇ ਨਾਲ ਨੁਕਸਾਨ ਹੋ ਜਾਊਗਾ। ਸੋ ਸਿਆਸੀ ਲੀਡਰਾਂ ਦੇ ਵਾਸਤੇ ਬੜਾ ਸੌਖਾ ਹੋ ਜਾਂਦਾ ਕਿ ਸਾਰਾ ਹੀ ਠੀਕ ਰਿਹਾ, ਮਨਪ੍ਰੀਤ ਬਾਦਲ ਦੇ ਸਿਰ ਤੇ ਭੰਨ ਦਿਓ, ਤੇ ਉਹਨਾਂ ਨੂੰ ਕਹੋ ਜੀ ਮਨਪ੍ਰੀਤ ਬਾਦਲ ਕਰਕੇ ਅਸੀਂ ਤੁਹਾਡਾ ਬੁਰਾ ਹਾਲ ਹੋਇਆ, ਮਨਪ੍ਰੀਤ ਬਾਦਲ ਤੋਂ ਸਾਡਾ ਖਹਿੜਾ ਛੁੱਟ ਗਿਆ, ਹੁਣ ਸਾਡੇ ਨਾਲ ਜੁੜੋ। ਸੋ ਇੱਕ ਸ਼ਾਰਟਕਟ ਉਹਨਾਂ ਦਾ ਵੀ ਕੋਸ਼ਿਸ਼ ਇਹ ਹੁੰਦੀ ਆ, ਉਹ ਆਪਣੇ ਗਲੋਂ ਲਾਉਣਾ ਚਾਹੁੰਦੇ ਨੇ ਇਸ ਗੱਲ ਨੂੰ ਵੀ ਇਹ ਸਾਡੇ ਤੇ ਇਲਜ਼ਾਮ ਨਾ ਆਵੇ। ਇਹ ਕੰਮ ਸੌਖਾ ਹੋ ਜਾਂਦਾ ਉਹਨਾਂ ਵਾਸਤੇ। ਆਖਰੀ ਸਵਾਲ ਹੀ ਕਿ ਮਨਪ੍ਰੀਤ ਬਾਦਲ ਦੇ ਛੱਡਣ ਦਾ, ਹਾਲਾਂਕਿ ਸਟਾਰਟ ਆਪਾਂ ਇੱਥੋਂ ਹੀ ਕੀਤਾ ਸੀ, ਸਿਆਸਤ ਦੇ ਉੱਤੇ ਤੇ ਪੰਜਾਬ ਦੇ ਲੋਕਾਂ ਦੇ ਉੱਤੇ ਕੀ ਕੋਈ ਅਸਰ ਪਵੇਗਾ? ਤੇ ਇਸੇ ਦੇ ਨਾਲ ਕਾਂਗਰਸ ਦੇ ਵਿੱਚ ਹਮੇਸ਼ਾ ਹੀ ਘੱਟ ਕੋਲ ਇਸ ਦੇਖਣ ਨੂੰ ਮਿਲਦਾ ਆ, ਪਰ ਕੀ ਲੱਗਦਾ ਸਟ੍ਰੈਟਜੀ ਦੀ ਕਮੀ ਆ, ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੋਈ ਇੱਦਾਂ ਦਾ ਕੋਈ ਟੈਕਨੋਲੋਜੀ ਅਪਣਾਈ ਜਾਵੇ ਤਾਂ ਇਹ ਕਰਕੇ ਕਾਂਗਰਸ ਦੇ ਵਿੱਚ ਸਭ ਕੁਝ ਸਹੀ ਤੇ ਸਾਫ਼ ਸੁਥਰਾ ਤੇ ਚੰਗਾ ਹੋ ਜਾਵੇ, ਤਾਂ ਕਿ ਆਉਣ ਵਾਲੇ ਸਮੇਂ ਜਿਹੜਾ ਹੈ ਲਾਹੇਵੰਦ ਸਾਬਤ ਹੋਵੇ ਕਾਂਗਰਸ ਪਾਰਟੀ ਦੇ ਲਈ? ਆਖਰੀ ਤੇ ਬਹੁਤ ਅਹਿਮ ਸਵਾਲ ਮਮਤਾ, ਦੇਖੋ ਪਿਛਲੀਆਂ ਜਦੋਂ ਦੀ ਆਪਾਂ ਗੱਲ ਕੀਤੀ ਕਿ ਜਿਹੜੀਆਂ ਮਾਰਕੀਟ ਫੋਰਸਿਸ ਦੇ ਆਉਣ ਕਾਰਨ ਜਿਹੜਾ ਸਿਧਾਂਤਕ ਜਿਹੜਾ ਵਖਰੇਵਾਂ ਸੀ ਸਿਆਸੀ ਪਾਰਟੀਆਂ ਦਾ, ਉਹ ਧੁੰਦਲਾ ਪੈ ਗਿਆ। ਉਹਦੇ ਨਾਲ ਫਿਰ ਕੈਂਡੀਡੇਟ ਕਿਵੇਂ ਚੁਣਦੀਆਂ ਨੇ ਪਾਰਟੀ, ਉਹ ਚੁਣਦੇ ਆ ਜੀ, ਇੱਕ ਅੱਖਰ ਲੱਭਿਆ ਹੋਇਆ ਬੜਾ ਜਾਦੂ ਵਾਲਾ, ਕਹਿੰਦੇ ਵਿਨੇਬਿਲਿਟੀ। ਉਹ ਕਹਿੰਦੇ ਕਿਸੇ ਸਿਆਸੀ ਲੀਡਰ ਨੇ, ਵਰਕਰ ਨੇ ਟਾਈਮ ਲਾਇਆ ਪਾਰਟੀ ਦੇ ਵਿੱਚ, ਬਈ ਇੰਨੀ ਦੇਰ ਉਹਨੇ ਆਪਣੀ ਸੈਕਰੀਫਾਈਸ ਕੀਤੀ, ਉਹਨੇ ਹਾਰਡ ਵਰਕ ਕੀਤਾ,
ਉਹ ਨਹੀਂ ਮੈਨੇ ਰੱਖਦਾ। ਵਿਨੇਬਿਲਿਟੀ ਕਰ ਲੈਂਦੇ ਵੀ ਵਿਨੇਬਿਲਿਟੀ ਕੀ ਹੁੰਦੀ ਆ, ਪੈਸੇ ਲਾਉਣ ਦੀ ਸਮਰੱਥਾ ਜਾਂ ਲੋਕਾਂ ਨੂੰ ਪੋਲਰਾਈਜ਼ ਕਰਨ ਦੀ ਸਮਰੱਥਾ, ਜਾਂ ਇਹੋ ਜਿਹੀ ਗੱਲ ਹੁੰਦੀ ਆ ਪਾਰਟੀ ਆਈਡੀਓਲੋਜੀ ਦੇ ਉੱਤੇ ਬੰਦਾ ਕਿੰਨਾ ਕੰਮ ਕਰਦਾ, ਉਹ ਮੈਨੇ ਨਹੀਂ ਰੱਖਦਾ। ਸੋ ਇਹ ਪਾਰਟੀਆਂ ਨੂੰ ਸੋਚਣਾ ਪੈਣਾ ਕਿ ਵਿਨੇਬਿਲਿਟੀ ਵਾਲਾ ਫਾਰਮੂਲਾ ਹੁਣ ਵਰਤਣਾ ਕਿ ਨਹੀਂ ਵਰਤਣਾ। ਮਨਪ੍ਰੀਤ ਬਾਦਲ ਕਿਸੇ ਟਾਈਮ ਤੇ ਅਕਾਲੀ ਦਲ ਵਾਸਤੇ ਵਿਨੇਬਲ ਸੀ, ਕਿਉਂਕਿ ਜਦੋਂ 1995 ਚ ਖੜੇ ਕੀਤੇ ਸੀ ਬਿਆਨ ਸਿੰਘ ਸਰਕਾਰ ਦੇ ਖਿਲਾਫ, ਪ੍ਰਕਾਸ਼ ਸਿੰਘ ਬਾਦਲ ਨੇ ਕਿਹਾ ਸੀ ਸਭ ਤੋਂ ਵਧੀਆ ਕੈਂਡੀਡੇਟ ਇਹੀ ਹੈ ਜਿਹੜਾ ਬਿਆਨ ਸਿੰਘ ਸਰਕਾਰ ਦੇ ਖਿਲਾਫ ਜਿੱਤ ਸਕਦਾ। ਜਿਹੜੇ ਉੱਥੇ ਲੋਕਲ ਅਕਾਲੀ ਲੀਡਰ ਸੀ ਉਹਨਾਂ ਦੇ ਉੱਪਰੋਂ ਦੀ ਲਿਆਂਦਾ ਸੀ। ਫਿਰ ਹੁਣ ਕਾਂਗਰਸ 'ਚ ਵੀ ਜਾ ਕੇ ਇਸੇ ਲਈ ਲੈ ਕੇ ਗਏ ਸੀ। ਇਹ ਕਹਿੰਦੇ ਜੀ ਬੜੀ ਸੋਹਣੀ ਪੜ੍ਹੇ ਲਿਖੇ ਨੇ, ਨਵੀਂ ਗੱਲ ਕਰਦੇ ਆ, ਸਿਆਣਪ ਕਰਦੇ ਆ, ਸ਼ੇਰੋ ਸ਼ਾਇਰੀ ਕਰਦੇ ਆ, ਇਸੇ ਲਈ ਵਿਨੇਬਿਲਿਟੀ ਇਹਨਾਂ ਦੀ ਬਣਦੀ ਆ। ਸੋ ਹੁਣ ਜੇ ਬੀਜੇਪੀ ਸੋਚਦੀ ਹੈ ਵਿਨੇਬਿਲਿਟੀ ਹੋਈ ਆ, ਵਿਨੇਬਿਲਿਟੀ ਨੂੰ ਜਦੋਂ ਤਰਜੀਹ ਦਿੱਤੀ ਜਾਂਦੀ ਆ ਸਿਧਾਂਤ ਦੇ ਉੱਤੋਂ ਦੀ, ਫਿਰ ਸਿਆਸੀ ਪਾਰਟੀਆਂ ਵਾਸਤੇ ਦੁਖਾਂਤ ਹੀ ਪੈਦਾ ਹੋਣੇ ਆ। ਸੋ ਉਹਨਾਂ ਨੂੰ ਸਿਆਸੀ ਲੀਡਰਸ਼ਿਪ ਜਿਹੜੀ ਹੈਗੀ ਇੱਕ, ਦੂਸਰੀ ਗੱਲ ਇਹ ਹੈ ਕਿ ਵਿਨੇਬਿਲਿਟੀ ਨੂੰ ਛੱਡ ਕੇ ਪਾਰਟੀ ਦੇ ਵਿੱਚ ਇੱਕ ਇੰਟਰਨਲ ਡੈਮੋਕ੍ਰੇਸੀ ਜਿਹੜੀ ਹੈਗੀ ਹੈ, ਜਮਹੂਰੀਅਤ ਉਹ ਲਿਆਉਣ ਦੀ ਲੋੜ ਆ, ਤਾਂ ਕਿ ਇਹੋ ਜਿਹੇ ਦੁਖਾਂਤ ਅੱਗੇ ਤੋਂ ਉਹਨਾਂ ਵਾਸਤੇ ਨਾ ਸਾਹਮਣੇ ਦਰਪੇਸ਼ ਆਉਣ। ਨਹੀਂ ਤਾਂ ਇਸੇ ਤਰ੍ਹਾਂ ਕਦੇ ਉਹ ਜਿਹੜੀ ਬੱਚੇ ਮਿਊਜ਼ੀਕਲ ਚੇਅਰਸ ਖੇਡਦੇ ਆ, ਵੱਡੇ ਵੀ ਖੇਡਦੇ ਆ, ਉਹ ਮਿਊਜ਼ਿਕ ਵੱਜਦਾ ਜਦੋਂ ਇਲੈਕਸ਼ਨ ਦਾ ਮਿਊਜ਼ਿਕ ਵੱਜਦਾ ਤੇ ਕੁਰਸੀਆਂ ਇੱਧਰ ਉੱਧਰ ਹੋਣੀਆਂ। ਹੁਣ ਮਮਤਾ ਬੜੀ ਹੈਰਾਨੀ ਦੀ ਗੱਲ ਆ, ਪਹਿਲਾਂ ਤਾਂ ਇਹ ਹੁੰਦਾ ਸੀ ਕਿ ਕੁਰਸੀਆਂ ਪਈਆਂ ਰਹਿੰਦੀਆਂ ਸੀ, ਬੰਦੇ ਚੇਂਜ ਹੁੰਦੇ ਸੀ। ਹੁਣ ਇਹ ਹੈ ਕਿ ਬੰਦਾ ਉੱਥੇ ਹੀ ਖੜਾ ਤੇ ਥੱਲੇ ਕੁਰਸੀਆਂ ਬਦਲ ਜਾਂਦੀਆਂ, ਕਿ ਉਹ ਪਾਰਟੀਆਂ ਦੇ ਸਿਧਾਂਤ ਬਦਲ ਜਾਂਦੇ ਤੇ ਬੰਦਾ ਉੱਥੇ ਹੀ ਖੜਾ। ਫਿਰ ਉਹ ਦੇਖਣ ਨੂੰ ਐਂ ਲੱਗਦਾ ਕਿ ਜੀ ਹੁਣੇ ਬੀਜੇਪੀ ਚਲੇ ਗਿਆ। ਨਹੀਂ, ਬੀਜੇਪੀ ਨੇ ਉਹਨੂੰ ਲੈ ਲਿਆ, ਕਾਂਗਰਸ ਨੇ ਉਹਨੂੰ ਲੈ ਲਿਆ। ਸੋ ਉਹ ਥੱਲੇ ਬੰਦਾ ਉੱਥੇ ਹੀ ਖੜਾ। ਸੋ ਦੇਖਣ ਨੂੰ ਕਈ ਵਾਰੀ ਆਪਟੀਕਲ ਇਲੂਜਨ ਵੀ ਹੋ ਜਾਂਦੀ ਹੈ। ਸੋ ਸਭ ਤੋਂ ਵੱਡਾ ਚੈਲੰਜ ਮੇਰੇ ਹਿਸਾਬ ਦੇ ਨਾਲ ਸਿਆਸੀ ਪਾਰਟੀਆਂ ਨੂੰ। ਜੀ ਬਹੁਤ ਬਹੁਤ ਧੰਨਵਾਦ। ਤਾਂ ਸਾਡੇ ਐਡੀਟਰ ਸਰਬਜੀਤ ਪੰਦੇਰ ਸਾਡੇ ਨਾਲ ਮੌਜੂਦ ਸੀ। ਬੇਵਾਕੀ ਦੇ ਨਾਲ ਵਿਸ਼ਲੇਸ਼ਣ ਕੀਤਾ ਗਿਆ, ਜਿਵੇਂ ਕਿ ਮਨਪ੍ਰੀਤ ਬਾਦਲ ਦੇ ਵੱਲੋਂ ਕਾਂਗਰਸ ਪਾਰਟੀ ਨੂੰ ਛੱਡ ਕੇ ਹੁਣ ਭਾਜਪਾ ਦਾ ਪੱਲਾ ਫੜ ਲਿਆ ਗਿਆ ਹੈ ਤੇ ਇਸ ਦਾ ਵੱਖੋ ਵੱਖਰੇ ਤਰੀਕੇ ਦੇ ਨਾਲ ਵਿਸ਼ਲੇਸ਼ਣ ਕੀਤਾ ਗਿਆ। ਲੋਕਾਂ ਦੇ ਉੱਤੇ ਕੀ ਅਸਰ ਪਵੇਗਾ, ਪੰਜਾਬ ਦੇ ਉੱਤੇ ਕੀ ਅਸਰ ਪਵੇਗਾ, ਪੰਜਾਬ ਦੀ ਸਿਆਸਤ ਤੇ ਕਾਂਗਰਸ ਪਾਰਟੀ ਦੇ ਉੱਤੇ ਤੇ ਭਾਜਪਾ ਦੇ ਉੱਤੇ ਇਸ ਦਾ ਕੀ ਅਸਰ ਦੇਖਣ ਨੂੰ ਮਿਲੇਗਾ। ਸੋ ਹਰ ਵਾਰ ਤੁਹਾਡੇ ਅੱਗੇ ਇੱਕ ਨया ਮੁੱਦਾ ਲਿਆ ਕੇ ਇਸ ਬਾਬਤ ਵਿਸ਼ਲੇਸ਼ਣ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ, ਤਾਂ ਕਿ ਖਬਰਾਂ ਰੂਟੀਨ ਦੀਆਂ ਤੋਂ ਹਟ ਕੇ ਕੁਝ ਵੱਖਰਾ ਤੁਹਾਡੇ ਅੱਗੇ ਪੇਸ਼ ਕੀਤਾ ਜਾਵੇ। ਪੋਲੀਟੀਕਲ ਐਨਾਲਿਸਿਸ ਦੇ ਵਿੱਚ ਅੱਜ ਦੇ ਲਈ ਨਹੀਂ। ਤੁਸੀਂ ਮੈਨੂੰ ਦਿਓ ਇਜਾਜ਼ਤ। ਧੰਨਵਾਦ।